ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਪਹਿਲਾ ਮੁੱਦਾ ਆਪਾਂ ਕੈਨੇਡਾ ਦੇ ਵਿੱਚ ਇੱਕ ਆਨਲਾਈਨ ਸਕੈਮ ਹੋ ਰਿਹਾ ਫੋਨ ਦੇ ਉੱਤੇ, ਉਹ ਤੁਹਾਡੇ ਨਾਲ ਸਾਂਝਾ ਕਰਨਾ ਤਾਂ ਕਿ ਤੁਸੀਂ ਬਚ ਸਕੋ। ਦੂਜਾ ਸਵਾਲ ਮਹਿੰਗਾਈ ਬਾਰੇ ਆ ਕਿ ਕੈਨੇਡਾ ਦੇ ਵਿੱਚ ਕੀ ਮਹਿੰਗਾਈ ਘਟੂਗੀ ਜਾਂ ਜਿਹੜੀ ਹੁਣ ਇੱਕ ਵਾਰੀ ਵੱਧ ਗਈ ਇਹ ਨਹੀਂ ਘਟਣੀ। ਤੀਜਾ ਮਾਮਲਾ ਫਰੀडम ਕਨਵॉय ਦਾ 1 ਸਾਲ ਹੋਣ ਵਾਲਾ 29 ਤਰੀਕ ਨੂੰ, ਉਹਦੇ ਸੰਬੰਧੀ ਆਟਵਾ ਦੇ ਵਿੱਚ ਪਹਿਲਾਂ ਹੀ ਤਿਆਰੀਆਂ ਹੋ ਰਹੀਆਂ ਕਿ ਐਤਕੀ ਫੇਰ ਨਾ ਆ ਜਾਣ। ਚੌਥੀ ਗੱਲਬਾਤ ਅਲਬਰਟਾ ਦੇ ਵਿੱਚ ਨਸ਼ੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਉਹਦੇ ਅੰਕੜੇ ਸਾਹਮਣੇ ਆਏ ਆ। ਪੰਜਵੀਂ ਗੱਲਬਾਤ ਨਵਾਂ ਲਿਊਨਰ ਸਾਲ ਸ਼ੁਰੂ ਹੋਇਆ ਕੱਲ੍ਹ ਤੋਂ ਵੈਨਕੂਵਰ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸੈਲੀਬ੍ਰੇਸ਼ਨ ਹੋਈਆਂ। ਛੇਵੀਂ ਗੱਲਬਾਤ ਅਰਾਈਵ ਕੈਨ ਐਪ ਦੀ ਲਾਗਤ ਬਾਰੇ ਆ ਕਿ ਕਿੰਨੇ ਕੁ ਡਾਲਰ ਸਰਕਾਰ ਨੇ ਖਰਚ ਦਿੱਤੇ ਤੇ ਬਣ ਕਹਿੰਦੇ ਇਹ ਸਸਤੀ ਜਾਣੀ ਸੀ। ਜਿਹੜੀ ਸੱਤਵੀਂ ਗੱਲਬਾਤ ਆ ਉਹ ਟੈਸਲਾ ਕਾਰਾਂ ਦੇ ਮਾਲਕਾਂ ਬਾਰੇ ਆ ਕਿ ਉਹ ਜਿਹੜਾ ਇਹਨਾਂ ਨੇ $20,000 ਸਸਤੀਆਂ ਕਰ ਦਿੱਤੀਆਂ। ਉਹ ਕਹਿੰਦੇ ਜਾਂ ਤਾਂ ਸਾਨੂੰ ਆ ਵੀ ਕੁਛ ਕਰੋ ਨਹੀਂ ਤਾਂ ਸਾਨੂੰ ਘਾਟਾ ਪੈ ਗਿਆ। ਬੈਂਕ ਆਫ ਕੈਨੇਡਾ ਵਿਆਜ ਦਰ ਫੇਰ ਵਧਾਉਣ ਦੀ ਤਿਆਰੀ 'ਚ ਲਗਾਤਾਰ ਬੁੱਧਵਾਰ ਤੱਕ ਜਦੋਂ ਤੱਕ ਇਹਨਾਂ ਦੀ ਅਨਾਊਂਸਮੈਂਟ ਨਹੀਂ ਆਉਂਦੀ ਇਹ ਵੀ ਖਬਰ ਚਰਚਾ ਦੇ ਵਿੱਚ ਰਹਿੰਦੀ ਆ। ਅਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਇੱਕ ਨਵੀਂ ਚਿੰਤਾ ਜਿਹੜੀ ਪੈਦਾ ਹੋਈ ਹੈ ਕਿ ਇਮੀਗ੍ਰੇਸ਼ਨ ਤਾਂ ਆ ਰਹੀ ਪਰ ਇਹਨਾਂ ਨੇ ਰਹਿਣਾ ਕਿੱਥੇ ਆ ਅਤੇ ਕਰਨਾ ਕੀ ਆ। ਪਹਿਲੀ ਗੱਲਬਾਤ ਇੱਕ ਜਿਹੜਾ ਸਕੈਮ ਇੱਥੇ ਹੋਇਆ, ਘਪਲਾ ਹੋਇਆ, ਉਹਦੇ ਬਾਰੇ ਬਹੁਤ ਸਾਰੇ ਘਪਲੇ ਹੁੰਦੇ ਪਰ ਇਹਦਾ ਮਤਲਬ ਸਾਡਾ ਇਹੀ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇੱਦਾਂ ਘਪਲਾ ਹੋ ਜਾਂਦਾ ਅਤੇ ਤੁਸੀਂ ਇਹ ਤੋਂ ਬਚ ਸਕੋ। ਬ੍ਰਿਟਿਸ਼ ਕੋਲੰਬੀਆ ਦੇ ਟਰਾਈ ਸਿਟੀ ਇਲਾਕਾ ਇੱਥੇ ਇਹਦਾ ਇੱਕ ਸੀਨੀਅਰ ਸਿਟੀਜ਼ਨ, ਉਹਨਾਂ ਦਾ ਨਾਂ ਨਹੀਂ ਦੱਸਿਆ ਗਿਆ, $80,000 ਦਾ ਘਪਲਾ ਉਹਨਾਂ ਦੇ ਨਾਲ ਹੋ ਗਿਆ। ਦੱਸਦੇ ਆ ਕਿ ਉਹਨਾਂ ਨੂੰ ਜਿਹੜਾ ਵੀ ਫੋਨ ਆਇਆ, ਇੱਕ ਫੋਨ ਦੀ ID ਉਹਦੇ ਉੱਤੇ ਬੈਂਕ ਦਾ ਨਾਂ ਲਿਖਿਆ ਸੀ CIBC। ਉਸ ਤੋਂ ਬਾਅਦ ਇਹਨੇ ਔਰਤ ਨੇ ਸੋਚਿਆ ਵੀ ਬੈਂਕ ਤੋਂ ਹੀ ਫੋਨ ਆ, ਜਦੋਂ ID ਦੇ ਉੱਤੇ ਹੀ CIBC ਲਿਖਿਆ ਆ ਰਿਹਾ ਅਤੇ ਉਹ ਕਹਿੰਦੇ ਵੀ ਤੁਸੀਂ ਜਿੱਥੇ ਰਹਿੰਦੇ ਆ ਉਹਦਾ ਐਡਰੈਸ ਅਤੇ ਵੀ ਆਹ ਐਡਰੈਸ ਤੁਹਾਡਾ ਆ। ਫੋਨ ਕਰਨ ਵਾਲੇ ਨੇ ਆਪ ਹੀ ਦੱਸਿਆ। ਕਈ ਵਾਰੀ ਤਾਂ ਇੱਦਾਂ ਹੁੰਦਾ ਫੋਨ ਕਰਨ ਵਾਲਾ ਤੁਹਾਡੇ ਮੂੰਹੋਂ ਗੱਲ ਕਢਾ ਲੈਂਦਾ, ਤੁਸੀਂ ਕਿੱਥੇ ਰਹਿੰਦੇ, ਤੁਹਾਡਾ ਡੇਟ ਆਫ ਬਰਥ ਕੀ ਆ ਅਤੇ ਉਹ ਸਾਰੀ ਡਿਟੇਲ ਪੁੱਛ ਲੈਂਦਾ। ਇਸ ਕੇਸ ਦੇ ਵਿੱਚ ਫੋਨ ਕਰਨ ਵਾਲੇ ਨੂੰ ਇਹ ਸਾਰੀ ਡਿਟੇਲ ਪਹਿਲਾਂ ਹੀ ਪਤਾ ਸੀ। ਫਿਰ ਉਹਨੇ ਇਹ ਦੱਸਿਆ ਕਿ ਤੁਸੀਂ ਕਿਹੜੇ ਬੈਂਕ ਦੇ ਨਾਲ ਲੈਣ ਦੇਣ ਕਰਦੇ ਆ। ਉਹਨੇ ਔਰਤ ਨੇ ਕਿਹਾ ਹਾਂਜੀ ਅਸੀਂ ਇਸੇ ਬੈਂਕ ਨਾਲ ਲੈਣ ਦੇਣ ਕਰਦੇ ਹਾਂ ਅਤੇ ਉਹ ਮਤਲਬ ਬੜਾ ਲੈਜਿਟ ਲੱਗਿਆ, ਉਹਨੂੰ ਲੱਗਿਆ ਵੀ ਇਹ ਠੀਕ ਆ, ਜੈਨੂਅਨ ਆ, ਕੋਈ ਸਹੀ ਬੈਂਕ ਤੋਂ ਹੀ ਕਾਲ ਆ ਕਿਉਂਕਿ ਉਹਨਾਂ ਨੂੰ ਐਡਰੈਸ ਵੀ ਪਤਾ, ਮੇਰੀ ਇਨਫੋਰਮੇਸ਼ਨ ਵੀ ਪਤਾ। ਫਿਰ ਉਹਨਾਂ ਨੇ ਉਹਨਾਂ ਦੇ ਅਕਾਊਂਟ ਨੰਬਰ ਵੱਲੋਂ ਜਾਣਾ ਸ਼ੁਰੂ ਕਰ ਦਿੱਤਾ ਅਤੇ ਜਿਹੜਾ ਨੰਬਰ ਫਰੰਟ ਅਤੇ ਬੈਕ ਦੇ ਉੱਤੇ ਸੀਗਾ ਉਹ ਦੱਸਿਆ। ਮਤਲਬ ਉਹਨਾਂ ਨੂੰ ਜਿਹੜਾ ਫੋਨ ਕਰਨ ਵਾਲਾ ਸੀ ਉਹ ਔਰਤ ਕਹਿੰਦੀ ਵੀ ਸਾਰਾ ਕੁਛ ਹੀ ਪਤਾ ਸੀ ਅਤੇ ਗੱਲਬਾਤ ਜਿਹਦੇ ਵਿੱਚੋਂ ਇਹ ਕਲੀਅਰ ਹੋ ਗਈ ਵੀ ਇਹ ਬੰਦੇ ਜੈਨੂਅਨ ਆ, ਬੈਂਕ ਤੋਂ ਹੀ ਫੋਨ ਆ, ਇਹ ਕਿਸੇ ਹੋਰ ਨੂੰ ਇੰਨਾ ਕੁਛ ਨਹੀਂ ਪਤਾ ਹੁੰਦਾ। ਹੁਣ ਉਹਦੇ 'ਤੇ ਉਹਨੇ ਯਕੀਨ ਕਰ ਲਿਆ। ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡੇ ਅਕਾਊਂਟ ਦੇ ਉੱਤੇ ਇੱਕ ਫਰੋਡ ਹੋਇਆ ਆ ਅਤੇ ਸਾਨੂੰ ਸਾਰਾ ਕੁਛ ਪਤਾ ਆ ਅਤੇ ਉਹ ਕਹਿੰਦੇ ਵੀ ਅਸੀਂ ਇਹਨੂੰ ਠੀਕ ਠਾਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਉਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਸਾਰੀ ਇਨਫੋਰਮੇਸ਼ਨ ਸਾਡੇ ਕੋਲ ਆ ਅਤੇ ਤੁਸੀਂ ਗਿਫਟ ਕਾਰਡ ਬਾਏ ਕਰੋ ਸਾਡੇ ਲਈ। ਉਹਦੇ ਤੋਂ ਬਾਅਦ ਕਹਿੰਦੇ ਇੰਸਟਰਕਸ਼ਨ ਨੂੰ ਫੋਲੋ ਕੀਤਾ ਅਤੇ ਉਹਨੇ ਹੋਰ ਮੰਗਣੇ ਸ਼ੁਰੂ ਕਰ ਦਿੱਤੇ। ਮਤਲਬ ਇਹ ਕਹਿ ਕੇ ਕਿ ਤੁਹਾਡੀ ਸਾਰੀ ਇਨਫੋਰਮੇਸ਼ਨ ਆ ਸਾਡੇ ਕੋਲ ਆ ਅਤੇ ਇੱਕ ਵਾਰੀ ਉਹਨਾਂ ਨੇ ਪੱਕਾ ਕਰ ਲਿਆ ਵੀ ਇਹ ਤੁਸੀਂ ਆ ਅਤੇ ਫਿਰ ਉਹਦੇ ਤੋਂ ਬਾਅਦ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਆਹ ਕੰਮ ਕਰਨਾ ਸ਼ੁਰੂ ਕਰ ਦਿਓ, ਜੇ ਤੁਸੀਂ ਨਹੀਂ ਕਰੋਗੇ ਤਾਂ ਉਹਦੇ ਸਿੱਟੇ ਤੁਹਾਨੂੰ ਭੁਗਤਣੇ, ਨਤੀਜੇ ਜਿਹੜੇ ਆ ਤੁਹਾਨੂੰ ਭੁਗਤਣੇ ਪੈ ਸਕਦੇ ਆ। ਫਿਰ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਇਹ ਕਰ ਸਕਦੀ। ਉਹਦੇ ਤੋਂ ਬਾਅਦ ਉਹਨਾਂ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਤੁਹਾਡਾ ਘਰ ਵਾਲਾ ਜਾਂ ਤੁਹਾਡਾ ਡੌਗ ਆ ਘਰ ਦੇ ਵਿੱਚ, ਇਹਨਾਂ ਨੂੰ ਖਤਰਾ ਹੋ ਸਕਦਾ, ਜੇ ਇਹਨਾਂ ਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਆ ਤਾਂ ਜੋ ਅਸੀਂ ਕਹਿੰਦੇ ਆ ਉਹ ਕਰੋ। ਅਤੇ ਉਹਦੇ ਤੋਂ ਬਾਅਦ ਜੇ ਇਸ ਤਰੀਕੇ ਦੇ ਨਾਲ ਉਹਨੇ ਗਿਫਟ ਕਾਰਡ ਖਰੀਦੇ ਅਤੇ ਹੋਰ ਮਨੀ ਟਰਾਂਸਫਰ ਕੀਤੀ, $80,000 ਅਤੇ $700 ਦਾ ਨੁਕਸਾਨ ਉਹਦਾ ਹੋ ਗਿਆ। ਇਹ ਵੀ ਉਹਨਾਂ ਨੇ ਕਿਹਾ ਕਿ ਪੈਸੇ ਕਢਾਓ ਅਤੇ ਕਢਾ ਕੇ ਆਪਣੀ ਲਾਈਨ ਆਫ ਕ੍ਰੈਡਿਟ ਦੇ ਉੱਤੋਂ ਅਤੇ ਉਹਨਾਂ ਨੂੰ ਬਿਟਕੋਇਨ ਬਾਏ ਕਰਕੇ ਦਿਓ। ਉਹਨੇ ਇੱਦਾਂ ਹੀ ਕੀਤਾ ਅਤੇ ਉਹ ਔਰਤ ਕਹਿੰਦੀ ਆ ਵੀ ਮੈਨੂੰ ਉਹਨਾਂ ਨੇ ਇੰਨਾ ਡਰਾ ਦਿੱਤਾ ਕਿ ਉਸ ਵੇਲੇ ਮੈਨੂੰ ਕੁਛ ਗੱਲ ਹੀ ਨਹੀਂ ਸੁੱਝੀ ਅਤੇ ਮੈਂ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਉਹ ਸਾਰੇ ਪੈਸੇ ਉਹਨਾਂ ਦੇ ਕਹੇ ਅਨੁਸਾਰ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹਦੇ ਕੋਲ ਜਾਣਕਾਰੀ ਉਹਦੇ ਪਰਿਵਾਰ ਬਾਰੇ ਸਾਰੀ ਸੀ। ਫਿਰ ਉਹਨੇ ਕਿਹਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਗੇ। ਹੁਣ ਫਿਰ RCMP ਨੂੰ ਸੱਦਿਆ ਗਿਆ ਅਤੇ ਉਹ ਕਹਿੰਦੀ ਮੈਂ ਡਰੀ ਬਹੁਤ ਸੀ। RCMP ਨੇ ਫਾਈਲ ਕੀਤਾ, ਉਹ ਤੋਂ ਬਾਅਦ ਉਹਨਾਂ ਲੋਕਾਂ ਦੇ ਨਾਲ ਕੰਟੈਕਟ ਕੀਤਾ ਅਤੇ ਪਰ ਜਿਹੜਾ ਪੈਸਾ ਆ ਉਹ ਜਾ ਚੁੱਕਿਆ ਸੀ। ਉਸ ਤੋਂ ਬਾਅਦ ਇਹ ਉਹਨਾਂ ਨੇ ਟਰੇਸ ਇਹ ਕੀਤਾ ਜਿਹੜੇ ਬਿਟਕੋਇਨ ਆ ਇੰਡੀਆ ਟਰਾਂਸਫਰ ਹੋਇਆ ਇੱਥੋਂ ਕੈਨੇਡਾ ਤੋਂ।
ਜਿਹੜੀ ਵਕੀਲ ਆ ਉਹ ਇਹ ਕਹਿ ਰਹੇ ਆ ਕਿ ਆਨਲਾਈਨ ਫਰਾਡ ਕੇਸ ਇੱਕਦਮ ਪਿਛਲੇ ਸਾਲਾਂ ਦੇ ਵਿੱਚ ਵੱਧ ਗਏ ਆ ਤੇ ਕ੍ਰਿਮੀਨਲਸ ਦੇ ਕੋਲ ਪਰਸਨਲ ਇਨਫੋਰਮੇਸ਼ਨ ਆਨਲਾਈਨ ਮਿਲ ਜਾਂਦੀ ਆ ਤੇ ਉਹ ਕੁਝ ਵੀ ਕਰ ਸਕਦੇ ਆ। ਜਿਹੜੇ ਆਨਲਾਈਨ ਫਰਾਡ ਲਗਾਤਾਰ ਕੀਤੇ ਜਾ ਰਹੇ ਆ ਇਹ ਕਿਸੇ ਹੋਰ ਦੇਸ਼ ਦੇ ਵਿੱਚ ਬੈਠੇ ਹੁੰਦੇ ਆ, ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਤੇ ਉਹਨਾਂ ਦੇ ਉੱਤੇ ਚਾਰਜ ਲਾਏ ਜਾਂਦੇ ਆ। ਉਹ ਤੁਹਾਡੀ ਇਨਫੋਰਮੇਸ਼ਨ ਮੈਨੂਪੂਲੇਟ ਕਰਨ ਲਈ ਵੀ ਯੂਜ਼ ਕਰਦੇ ਆ, ਤੁਹਾਨੂੰ ਹੋਰ ਪੈਸੇ ਮੰਗਣ ਲਈ ਵੀ ਯੂਜ਼ ਕਰਦੇ ਆ। ਇਹ ਆਮ ਗੱਲ ਆ ਕਿ ਲੋਕਾਂ ਨੂੰ ਫੋਨ ਆਉਂਦਾ, ਫੋਨ ਆਉਣ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਟੈਕਸ ਡਿਪਾਰਟਮੈਂਟ ਤੋਂ ਬੋਲਦੇ ਹਾਂ ਜਾਂ ਰੈਵਨਿਊ ਕੈਨੇਡਾ ਤੋਂ ਬੋਲਦੇ ਹਾਂ ਤੇ ਤੁਸੀਂ ਇੰਨਾ ਤੁਹਾਡਾ ਟੈਕਸ ਰਹਿੰਦਾ ਹੁਣੇ ਹੀ ਜਾ ਕੇ ਜਮ੍ਹਾਂ ਕਰਵਾਓ। ਕਈ ਵਾਰੀ ਬੰਦੇ ਦਾ ਸੱਚੀ ਟੈਕਸ ਰਹਿੰਦਾ ਹੁੰਦਾ ਤੇ ਜਿਹੜਾ ਉਹ ਅਕਾਊਂਟ ਦੱਸਦੇ ਆ ਉਹਦੇ ਵਿੱਚ ਜਦੋਂ ਜਮ੍ਹਾਂ ਕਰਾਉਂਦੇ ਉਹ ਫਰਾਡ ਹੁੰਦਾ। ਕਈ ਵਾਰੀ ਲੋਕਾਂ ਨੂੰ ਕੁਛ ਹੋਰ ਕਹਿ ਕੇ ਕਿਹਾ ਜਾਂਦਾ ਕਿ ਇੰਨੀ ਮਨੀ ਤੁਸੀਂ ਇਸ ਪਾਸੇ ਜਮ੍ਹਾਂ ਕਰਵਾ ਦਿਓ। ਕਈ ਵਾਰੀ ਇਹ ਕਿਹਾ ਜਾਂਦਾ ਕਿ ਤੁਹਾਨੂੰ ਖਤਰਾ ਆ, ਤੁਹਾਡੇ ਪਰਿਵਾਰ ਨੂੰ ਖਤਰਾ ਆ ਤੇ ਤੁਸੀਂ ਫੋਨ ਨਹੀਂ ਕੱਟਣਾ, ਸਿੱਧੇ ਬੈਂਕ ਦੇ ਵਿੱਚ ਜਾਣਾ ਤੇ ਇੰਨੀ ਅਮਾਊਂਟ ਟ੍ਰਾਂਸਫਰ ਕਰ ਦਿਓ। ਕਈ ਕੇਸਿਸ ਦੇ ਵਿੱਚ ਤੇ ਬੈਂਕ ਵਾਲਿਆਂ ਨੂੰ ਸ਼ੱਕ ਪਈ ਵੀ, ਕਿਉਂਕਿ ਬੈਂਕ ਵਾਲਿਆਂ ਕੋਲ ਇੱਦਾਂ ਦੇ ਅਕਸਰ ਆਉਂਦੇ ਆ ਲੋਕ ਜਿਹੜੇ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਵਾ ਰਹੇ ਹੁੰਦੇ ਆ, ਜਿਹੜਾ ਕਿ ਹੁੰਦਾ ਬੇਸਿਕਲੀ ਫਰਾਡ ਆ। ਉਸ ਮਾਮਲੇ ਦੇ ਵਿੱਚ ਕਈ ਵਾਰੀ ਬੈਂਕ ਵਾਲੇ ਹੀ ਪਛਾਣ ਲੈਂਦੇ ਵੀ ਇਹ ਕਿਸੇ ਫਰਾਡ ਅਕਾਊਂਟ ਦੇ ਵਿੱਚ ਪੈਸੇ ਕਰਾ ਰਿਹਾ, ਉਹੀ ਉਹਨਾਂ ਨੂੰ ਬਚਾ ਲੈਂਦੇ ਆ। ਇਸ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਕਿ ਇਹਨਾਂ ਬਜ਼ੁਰਗਾਂ ਨੂੰ ਟਾਰਗੇਟ ਕੀਤਾ, ਉਹਨਾਂ ਦੀ ਇਨਫੋਰਮੇਸ਼ਨ ਹੁਣ ਇਹ ਨਹੀਂ ਪਤਾ ਕਿ ਉਹਨਾਂ ਦੇ ਕੋਲ ਕਿੱਥੋਂ ਆ ਗਈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਤੁਸੀਂ ਇਹ ਟ੍ਰਾਂਜੈਕਸ਼ਨ ਕਰਨੀਆਂ ਸ਼ੁਰੂ ਕਰ ਦਿਓ। ਆਮ ਤੌਰ 'ਤੇ ਕਿਸੇ ਦੇ ਕੋਲ ਤੁਹਾਡੀ ਇਹ ਨਿੱਜੀ ਇਨਫੋਰਮੇਸ਼ਨ ਹੁੰਦੀ ਨਹੀਂ, ਤੁਹਾਡੀਆਂ ਬੈਂਕ ਅਕਾਊਂਟ, ਤੁਹਾਡਾ ਡੇਟ ਆਫ ਬਰਥ, ਤੁਹਾਡਾ ਐਡਰੈਸ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ। ਇਸ ਕਰਕੇ ਇੱਥੇ ਕਿਹਾ ਵੀ ਜਾਂਦਾ ਕਿ ਤੁਸੀਂ ਆਪਣੀ ਆਈਡੀ ਨੂੰ ਜਿੰਨਾ ਪ੍ਰੋਟੈਕਟ ਕਰ ਸਕਦੇ ਆ ਉਨਾ ਪ੍ਰੋਟੈਕਟ ਕਰਕੇ ਰੱਖੋ। ਜੇ ਕਿਸੇ ਦੇ ਕੋਲ ਤੁਹਾਡੀ ਆਈਡੀ ਆ ਗਈ, ਤੁਹਾਡੇ ਨਾਂ ਦੇ ਉੱਤੇ ਉਹ ਕ੍ਰੈਡਿਟ ਕਾਰਡ ਵੀ ਲੈ ਸਕਦਾ, ਲੋਨ ਵੀ ਲੈ ਸਕਦਾ ਜਾਂ ਕੁਝ ਹੋਰ ਵੀ ਕਰ ਸਕਦਾ। ਪਰ ਇਹਨਾਂ ਦੇ ਕੋਲ ਹੁਣ ਇਨਫੋਰਮੇਸ਼ਨ ਕਿੱਥੋਂ ਆ ਗਈ ਤੇ ਜਿਹਦੇ ਤੋਂ ਬਾਅਦ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਇਹ ਕੋਈ ਜੈਨੂਅਨ ਆ, ਸਹੀ ਆ, ਤੇ ਇਹ ਇੱਕ ਬਹੁਤ ਵੱਡਾ ਸਵਾਲ ਵੀ ਆ। ਇਹ ਔਰਤ 1980 ਤੋਂ ਬਾਅਦ ਹੁਣ ਤੱਕ ਡਿਸੇਬਿਲਟੀ 'ਤੇ ਆ, ਪੈਨਸ਼ਨ ਦੇ ਉੱਤੇ ਆ ਤੇ ਜਦੋਂ ਹੁਣ ਲਾਈਨ ਆਫ ਕ੍ਰੈਡਿਟ ਉਹਨਾਂ ਨੇ ਪੇ ਬੈਕ ਕੀਤੀ ਆ ਤੇ $400 ਉਹ ਕਹਿੰਦੇ ਉਹਨਾਂ ਦੇ ਕੋਲ ਸਿਰਫ ਬਚ ਗਿਆ। ਤੇ ਲੋਕਾਂ ਨੂੰ ਅਸਲ ਦੇ ਵਿੱਚ ਉਹ ਇਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਐਕਸਪੀਰੀਅੰਸ ਤੋਂ ਸਿੱਖੋ, ਤੁਹਾਡੇ ਨਾਲ ਇਹ ਨਾ ਹੋਵੇ, ਇਸ ਗੱਲ ਲਈ ਬਚਾਅ ਰੱਖੋ। ਜਿੰਨੀ ਵਾਰੀ ਵੀ ਇਹ ਜਾਣਕਾਰੀ ਟੀਵੀ ਦੇ ਉੱਤੇ ਦਿੱਤੀ ਜਾਂਦੀ ਆ, ਲੋਕਾਂ ਨੂੰ ਅਵੇਅਰ ਕਰਵਾਇਆ ਜਾਂਦਾ, ਪਰ ਉਸ ਵੇਲੇ ਸਿਚੁਏਸ਼ਨ ਕੁਛ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਜੇ 100 ਬੰਦੇ ਨਾਲ ਇਸ ਤਰ੍ਹਾਂ ਦੀਆਂ ਕਾਲਸ ਕਰਦੇ ਆ ਤਾਂ ਕੁਛ % ਉਹਨਾਂ ਦੇ ਵਿੱਚੋਂ ਇਹਦੇ ਵਿੱਚ ਫਸ ਹੀ ਜਾਂਦੀ ਆ ਤੇ ਉਹ ਆਪਣਾ ਬਹੁਤ ਵੱਡਾ ਨੁਕਸਾਨ ਕਰਵਾ ਲੈਂਦੀ। ਔਰ ਨੁਕਸਾਨ ਵੀ ਇਹ ਹੁੰਦਾ ਕਿ ਜਿਹੜਾ ਰਿਵਰਸੇਬਲ ਨਹੀਂ ਹੁੰਦਾ, ਵਾਪਸ ਪੂਰਾ ਨਹੀਂ ਹੋ ਸਕਦਾ। ਜਿਹੜੇ ਇੱਕ ਵਾਰੀ ਪੈਸੇ ਚਲੇ ਜਾਂਦੇ ਆ ਉਹ ਵਾਪਸ ਉਧਰਲੇ ਪਾਸੇ ਨਹੀਂ ਆਉਂਦੇ। ਜਿੰਨਾ ਇਹਨਾਂ ਕਾਲਸ ਤੋਂ ਬਚਾਅ ਕਰ ਸਕਦੇ ਹੋ ਉਹਨਾਂ ਬਚਾਅ ਕਰੋ। ਕੋਈ ਵੀ ਇੱਦਾਂ ਦੀ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਆ ਉਹਨੂੰ ਪੁਲਿਸ ਦੇ ਨਾਲ ਸਾਂਝੀ ਜ਼ਰੂਰ ਕਰੋ। ਦੂਜੀ ਗੱਲਬਾਤ ਅੱਜ ਮਹਿੰਗਾਈ ਦੇ ਬਾਰੇ ਕਰਨੀ ਆ। ਕੈਨੇਡਾ ਦੇ ਵਿੱਚ ਅਸੀਂ ਸ਼ਾਇਦ ਹੀ ਕੋਈ ਦਿਨ ਇੱਦਾਂ ਦਾ ਜਾਂਦਾ ਹੋਵੇ ਜਿੱਦਣ ਮਹਿੰਗਾਈ ਦੀ ਗੱਲ ਨਾ ਕਰੀਏ ਜਾਂ ਮਹਿੰਗਾਈ ਦੀ ਕੋਈ ਖਬਰ ਕੈਨੇਡਾ ਦੀਆਂ ਅਖਬਾਰਾਂ ਦੀ ਸੁਰਖੀ ਨਾ ਬਣੀ ਹੋਵੇ। ਮਸਲਾ ਕੀ ਆ? ਮਹਿੰਗਾਈ 40 ਸਾਲਾਂ ਦੇ ਵਿੱਚ ਇੰਨੀ ਨਹੀਂ ਹੋਈ ਜਿੰਨੀ ਹੁਣ ਹੋ ਚੁੱਕੀ ਆ। ਥੋੜ੍ਹਾ ਥੋੜ੍ਹਾ ਕਰਕੇ ਥੱਲੇ ਨੂੰ ਆਉਣਾ ਸ਼ੁਰੂ ਹੋਈ ਆ। ਲੋਕਾਂ ਦੇ ਸਵਾਲ 2-3 ਨੇ ਮਨਾਂ ਦੇ ਵਿੱਚ। ਇੱਕ ਤਾਂ ਸਵਾਲ ਇਹ ਆ ਬਈ ਕਿਤੇ ਇੱਦਾਂ ਤਾਂ ਨਹੀਂ ਹੋਊਗਾ ਰਸੈਸ਼ਨ ਆ ਜਾਊਗਾ। ਦੂਜਾ ਸਵਾਲ ਇਹ ਆ ਇੱਦਾਂ ਤਾਂ ਨਹੀਂ ਹੋਊਗਾ ਜਿਹੜੇ ਰੇਟ ਇੱਕ ਵਾਰੀ ਵੱਜ ਕੇ ਲੋਕਾਂ ਨੂੰ ਪੈਸੇ ਇੰਨੇ ਦੇਣ ਦੀ ਆਦਤ ਪੈ ਗਈ, ਇਹ ਕਦੇ ਵੀ ਥੱਲੇ ਨਹੀਂ ਆਉਣੇ। ਵੱਧ ਗਈ ਜਿਹੜੀ ਮਹਿੰਗਾਈ ਵਧਣੀ ਸੀ, ਹੁਣ ਲੋਕਾਂ ਦਾ ਸਰੀ ਜਾਂਦਾ ਇੰਨੇ 'ਚ ਵੀ, ਤੇ ਇਹ ਕਦੇ ਵੀ ਨਹੀਂ ਥੱਲੇ ਆਉਣੇ। ਤੀਜਾ ਸਵਾਲ ਲੋਕਾਂ ਦਾ ਇਹ ਆ ਕਿ ਜਿਹੜੇ ਇਹ ਰੇਟ ਵੱਧ ਗਏ ਆ ਇਹਨਾਂ ਨੇ ਜਿਹੜਾ ਉੱਪਰ ਨੂੰ ਗਿਆ ਇੱਕ ਦਿਨ ਥੱਲੇ ਨੂੰ ਆਊਗਾ ਤੇ ਇਹਨੇ ਥੋੜ੍ਹੇ ਚਿਰ ਨੂੰ ਠੀਕ ਠਾਕ ਹੋ ਜਾਣਾ। ਤੇ ਡਰ ਇਹ ਵੀ ਆ ਕਿ ਜ਼ਰੂਰੀ ਨਹੀਂ ਜਿਹੜੇ ਰੇਟ ਇੱਕ ਵਾਰੀ ਉੱਪਰ ਚਲੇ ਗਏ ਉਹ ਥੱਲੇ ਨੂੰ ਆਉਣਗੇ। ਇਸ ਮਾਮਲੇ ਦੇ ਉੱਤੇ ਜਿਹੜੀ ਪਾਪੂਲੇਸ਼ਨ ਆ ਉਹਦੀ ਨਿਗਾਹ ਬੈਂਕ ਆਫ ਕੈਨੇਡਾ ਦੇ ਉਸ ਰੇਟ ਦੇ ਉੱਤੇ ਵੀ ਟਿਕੀ ਹੋਈ ਆ। ਹੁਣ ਇੱਕ ਸਰਵੇ ਕੀਤਾ ਗਿਆ, ਇਹਦੇ ਵਿੱਚ 1/4 ਕੈਨੇਡੀਅਨ ਇਸ ਗੱਲ ਦੇ ਵਿੱਚ ਯਕੀਨ ਕਰਦੇ ਆ ਕਿ ਜਿਹੜੀ ਕਈ ਦਹਾਕਿਆਂ ਦੇ ਵਿੱਚ ਮਹਿੰਗਾਈ, ਕਈ ਦਹਾਕਿਆਂ ਦੀ ਸਭ ਤੋਂ ਜ਼ਿਆਦਾ ਮਹਿੰਗਾਈ ਇਸ ਵੇਲੇ ਇੱਥੇ ਆਈ ਆ, ਇਹ ਆਉਣ ਵਾਲੇ 5 ਸਾਲਾਂ ਦੇ ਵਿੱਚ ਥੱਲੇ ਆ ਜੂਗੀ, ਕਿ 5 ਸਾਲ ਲੱਗਣਗੇ ਇਹਨੂੰ ਠੀਕ ਠਾਕ ਹੋਣ ਦੇ ਲਈ। ਇਹਨਾਂ ਲੋਕਾਂ ਦਾ ਇਹ ਕਹਿਣਾ ਆ, ਇਹਨਾਂ ਪੋਸਟ ਸਰਵੇ ਇੰਟਰਵਿਊ ਦੇ ਵਿੱਚ ਇਹਨਾਂ ਰਿਸਪੋਂਡੈਂਟ ਨੇ ਇਹ ਕਿਹਾ ਕਿ ਜਿਹੜੀ ਚੀਜ਼ ਉੱਤੇ ਨੂੰ ਗਈ ਆ ਇਹਨੇ ਥੱਲੇ ਨੂੰ ਆਉਣਾ ਹੀ ਆਉਣਾ ਆ। ਇਤਿਹਾਸ ਦੇ ਵਿੱਚ ਦੇਖ ਲਓ, ਇਹ ਥੋੜ੍ਹਾ ਚਿਰ ਰਹਿ ਸਕਦੀ ਆ ਪਰ 4-5 ਸਾਲ ਦੇ ਵਿੱਚ ਦੁਬਾਰਾ ਠੀਕ ਠਾਕ ਹੋ ਜਾਊਗਾ।
ਹੁਣ ਇਸ ਚੀਜ਼ ਦੇ ਨਾਲ ਜਿਹੜਾ ਸੈਂਟਰਲ ਬੈਂਕ ਆ ਉਹ ਵੀ ਦੂਜੇ ਪਾਸੇ ਨੂੰ ਦੇਖਦਾ ਆ। ਡਿਫਲੇਸ਼ਨ 5 ਸਾਲਾਂ ਦੇ ਵਿੱਚ ਹੋਣ ਦੇ ਚਾਂਸਸ ਕਹਿੰਦੇ ਘੱਟ ਆ। ਇਹ ਲੈਵਲ ਯੂਨੀਵਰਸਿਟੀ ਦੇ ਇਕਨੋਮਿਕਸ ਪ੍ਰੋਫੈਸਰ ਸਟੀਫਨ ਗਾਰਡਨ ਕਹਿੰਦੇ ਆ। ਇਨਫਲੇਸ਼ਨ ਨੂੰ ਅਸੀਂ ਕਹਿੰਦੇ ਜਦੋਂ ਮਹਿੰਗਾਈ ਵੱਧਦੀ ਆ, ਡਿਫਲੇਸ਼ਨ ਜਦੋਂ ਕੀਮਤਾਂ ਥੱਲੇ ਨੂੰ ਆਉਂਦੀਆਂ। ਕਹਿੰਦੇ ਵੀ ਘੱਟ ਚਾਂਸ ਆ ਇਸ ਗੱਲ ਦੇ, ਕੁਛ ਕੀਮਤਾਂ ਥੱਲੇ ਆ ਜਾਣਗੀਆਂ, ਉਹ ਵੀ ਜੇਕਰ ਗੈਸ ਦੀਆਂ ਕੀਮਤਾਂ ਘਟਦੀਆਂ ਆ। ਦੂਜੀਆਂ ਚੀਜ਼ਾਂ ਦੇ ਜ਼ਿਆਦਾ ਪ੍ਰਾਈਸਿਸ ਵਧੇ ਨੇ, ਉਹ ਸਪਲਾਈ ਚੇਨ ਦੇ ਉੱਤੇ ਨਿਰਭਰ ਕਰਦਾ ਆ। ਅਤੇ ਇੱਕ ਵਾਰੀ ਜਿਹੜੀਆਂ ਕੀਮਤਾਂ ਵੱਧ ਗਈਆਂ, ਲੋਕ ਓਨਾ ਪੇ ਕਰਨ ਦੀ ਆਦਤ ਪੈ ਜਾਂਦੀ ਹੈ, ਕੰਪਨੀ ਨੂੰ ਓਨਾ ਮੁਨਾਫਾ ਹੋਣ ਲੱਗ ਜਾਂਦਾ ਅਤੇ ਲਾ ਪਾ ਕੇ ਇਹ ਰੇਟ ਥੱਲੇ ਨਹੀਂ ਆਉਂਦੇ, ਇੱਥੇ ਹੀ ਹੌਲੀ ਹੌਲੀ ਸੈੱਟ ਹੋ ਜਾਂਦੇ ਆ। ਹੁਣ ਡਿਫਲੇਸ਼ਨ ਦਾ ਮਤਲਬ ਜਿਹੜੇ ਕੀਮਤਾਂ ਦਾ ਥੱਲੇ ਆਉਣਾ, ਅਤੇ ਡਿਸਇਨਫਲੇਸ਼ਨ ਜਿਹੜੀ ਪ੍ਰਾਈਸ ਗਰੋਥ ਆ ਉਹ ਘਟਣੀ, ਇਹ ਸਾਰੇ ਰੀਜ਼ਨਸ ਇਹਦੇ ਵਿੱਚ ਨਜ਼ਰ ਆਉਂਦੇ ਆ। ਦੂਜੀ ਗੱਲਬਾਤ ਇਹ ਆ, ਜਿਹੜੀਆਂ ਇਨਫਲੇਸ਼ਨ ਦੀਆਂ ਇਹ ਸਾਰੇ ਅੰਕੜੇ ਆ, ਇਹਦੇ ਉੱਤੇ ਲਗਾਤਾਰ ਨਿਗਾਹ ਰੱਖ ਰਹੇ ਆ ਸੈਂਟਰਲ ਬੈਂਕ ਵੀ, ਇਹਨੂੰ ਮੋਨੀਟਰ ਕਰ ਰਹੀ ਆ। ਬੈਂਕ ਆਫ ਕੈਨੇਡਾ ਦਾ ਵੀ ਇਹ ਇਸ਼ੂ ਆ। ਉਹਨਾਂ ਦਾ ਇੱਕੋ ਇੱਕ ਮਕਸਦ ਆ ਕਿ ਇਸ ਮਹਿੰਗਾਈ ਨੂੰ ਥੱਲੇ ਲਿਆਉਣਾ। ਜਿਹੜੇ ਲੋਕ ਇਹ ਆਸ ਕਰਦੇ ਆ ਕਿ ਇਹ ਮਹਿੰਗਾਈ ਫਿਊਚਰ ਦੇ ਵਿੱਚ ਇਸੇ ਤਰ੍ਹਾਂ ਹੀ ਰਹਿਣੀ ਆ ਅਤੇ ਜਿਹੜੇ ਬਿਜ਼ਨਸਿਸ ਨੇ ਉਹ ਇਸੇ ਹੀ ਰਹਿਣੇ ਆ, ਹੋਣਾ ਕੀ ਆ ਕਿ ਜਿਹੜੇ ਵਰਕਰ ਆ ਉਹ ਹਾਇਰ ਵੇਜਸ ਦੀ ਮੰਗ ਕਰਨਗੇ। ਜਦੋਂ ਮਹਿੰਗਾਈ ਨਹੀਂ ਘਟੂਗੀ, ਉਹਦੇ ਬਰਾਬਰ ਹੋਣ ਦੇ ਲਈ ਵਰਕਰ ਹਾਇਰ ਵੇਜਸ ਦੀ ਮੰਗ ਕਰਨਗੇ, ਅਤੇ ਗੱਲ ਉੱਥੇ ਕੀ ਜਾ ਕੇ ਰਹਿ ਜਾਊਗੀ। ਇਕੋਨਮੀ ਡਿਫਲੇਸ਼ਨ ਆਮ ਤੌਰ ਦੇ ਉੱਤੇ ਉਦੋਂ ਹੁੰਦੀ ਆ, ਮਤਲਬ ਕੀਮਤਾਂ ਚੀਜ਼ਾਂ ਦੀਆਂ ਉਦੋਂ ਥੱਲੇ ਆਉਂਦੀਆਂ ਆ ਜਦੋਂ ਇਕੋਨਮੀ ਬਹੁਤ ਚੰਗੀ ਨਹੀਂ ਚੱਲ ਰਹੀ। ਬੈਂਕ ਆਫ ਕੈਨੇਡਾ ਪੁਆਇੰਟ ਆਊਟ ਇਹ ਕਰ ਰਹੀ ਆ, ਜਿਹੜੇ ਇਸ ਗੱਲ ਦੇ ਬਾਰੇ ਅੰਦਾਜ਼ਾ ਲਾ ਰਹੇ ਆ ਕਿ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਥੱਲੇ ਆ ਜਾਣੀਆਂ, ਤਾਂ ਉਹਦੇ ਨਾਲ ਹੀ ਅਗਲੀ ਚੀਜ਼ ਇਹ ਜੁੜਦੀ ਆ ਕਿ ਅਗਲੇ 12 ਮਹੀਨਿਆਂ ਦੇ ਵਿੱਚ ਰਿਸੈਸ਼ਨ ਆਉਂਦਾ ਆ ਕਿ ਨਹੀਂ ਆਉਂਦਾ, ਇਸ ਗੱਲ ਦਾ ਵੀ ਪਤਾ ਲੱਗ ਜਾਣਾ। ਅਤੇ ਇਸ ਗੱਲ ਦੇ ਉੱਤੇ ਵੀ ਫਿਰ ਮਹਿੰਗਾਈ ਦਾ ਨਿਰਭਰ ਹੋਣਾ ਕਿ ਕੀ ਮਹਿੰਗਾਈ ਘਟਦੀ ਆ, ਇੰਨੀ ਰਹਿੰਦੀ ਆ, ਜਾਂ ਰਿਸੈਸ਼ਨ ਆ ਜਾਂਦਾ। ਲੋਕ ਇਸ ਗੱਲ ਦੀ ਵੀ ਆਸ ਕਰਦੇ ਆ ਕਿ ਰਿਸੈਸ਼ਨ ਨਾ ਆਵੇ, ਕੀਮਤਾਂ ਜਿੱਥੇ ਟਿਕੀਆਂ ਇੱਥੇ ਟਿਕੀਆਂ ਰਹਿਣ, ਕੁਛ ਸਾਲਾਂ ਨੂੰ ਆਪੇ ਹੌਲੀ ਹੌਲੀ ਕੀਮਤਾਂ ਥੱਲੇ ਆ ਜਾਣਗੀਆਂ। ਸਪਲਾਈ ਚੇਨ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ। ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਡਾਟਾ ਇਹ ਦੱਸ ਰਿਹਾ ਆ ਕਿ ਕੁਛ ਚੀਜ਼ਾਂ ਦੀਆਂ ਕੀਮਤਾਂ ਇਸ ਵੇਲੇ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਥੱਲੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਆ। ਜਿਹੜੀਆਂ ਡਿਊਰੇਬਲ ਗੁੱਡਸ ਨੇ, ਜਿਨ੍ਹਾਂ ਦੇ ਵਿੱਚ ਫਰਨੀਚਰ ਆ ਜਾਂ ਹੋਰ ਚੀਜ਼ਾਂ ਨੇ, ਯੂਜ਼ਡ ਕਾਰਾਂ ਨੇ, ਉਹਨਾਂ ਦੀਆਂ ਕੀਮਤਾਂ ਨਵੰਬਰ ਦਸੰਬਰ ਦੇ ਵਿੱਚ ਜਿੰਨੀਆਂ ਕੀਮਤਾਂ ਪਹਿਲਾਂ ਸੀ ਉਹਦੇ ਤੋਂ ਥੱਲੇ ਆ ਗਈਆਂ। ਇਹ ਲੋਕ ਆਸ ਕਰਦੇ ਆ ਕਿ ਜੇ ਇਹ ਕੀਮਤਾਂ ਥੱਲੇ ਆ ਸਕਦੀਆਂ ਤਾਂ ਬਾਕੀ ਕੀਮਤਾਂ ਵੀ ਥੱਲੇ ਆ ਜਾਣੀਆਂ ਆ, ਅਤੇ ਇਸ ਕਰਕੇ ਇਹਦੇ ਤੋਂ ਡਰਨ ਦੀ ਬਹੁਤੀ ਲੋੜ ਨਹੀਂ ਆ। ਹੁਣ ਇਹ ਭਵਿੱਖ ਦੇ ਵਿੱਚ ਇਹ ਫੈਸਲਾ ਪਿਆ ਆ ਕਿ ਜਿਹੜੇ ਕੀਮਤਾਂ ਨੇ ਉਹਨਾਂ ਨੂੰ ਵੇਜਸ ਚਲਾਉਂਦੇ ਆ, ਕਿ ਲੋਕਾਂ ਦੀ ਜੇ ਆਮਦਨ ਵੱਧ ਜਾਵੇ ਤਾਂ ਕੀਮਤਾਂ ਉੱਥੇ ਰਹਿ ਜਾਂਦੀਆਂ, ਜਾਂ ਜੇ ਲੋਕ ਖਰੀਦਣਾ ਬੰਦ ਕਰ ਦੇਣਗੇ ਤਾਂ ਕੀਮਤਾਂ ਥੱਲੇ ਆਉਣਗੀਆਂ। ਪਰ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਥੱਲੇ ਬਿਲਕੁਲ ਨਹੀਂ ਆ ਰਹੀਆਂ ਜਿਹੜੀਆਂ ਚੀਜ਼ਾਂ ਲੋਕਾਂ ਦੀ ਰੋਜ਼ ਵਰਤੋਂ ਦੇ ਵਿੱਚ ਆ, ਜਿਵੇਂ ਕਿ ਖਾਣ ਵਾਲੀਆਂ ਚੀਜ਼ਾਂ। ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 6.3% ਦਸੰਬਰ ਦੇ ਵਿੱਚ ਸੀ, ਜਿਹੜੀ ਕਿ ਨਵੰਬਰ ਨਾਲੋਂ ਕਾਫੀ ਜ਼ਿਆਦਾ ਠੀਕ ਨਜ਼ਰ ਆ ਰਹੀ ਸੀ। ਕੁਝ ਕੈਨੇਡੀਅਨ ਇਸ ਗੱਲ ਦੇ ਵਿੱਚ ਯਕੀਨ ਕਰਦੇ ਆ ਕਿ ਜਿਹੜਾ ਇਹ ਸਿਸਟਮ ਆ ਇਹ ਆਪਣੇ ਆਪ ਇਹਨੂੰ ਸਾਰਾ ਕੁਝ ਠੀਕ ਠਾਕ ਕਰ ਲਊਗਾ, ਰਿਪੇਅਰ ਕਰ ਲਊਗਾ। ਬਹੁਤੀ ਗੱਲਬਾਤ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਦੇ ਉੱਤੇ ਨਿਰਭਰ ਕਰਦੀ ਹੈ ਕਿ ਇਹ ਇਹਦੇ ਬਾਰੇ ਕੀ ਫੈਸਲਾ ਲੈਂਦੇ ਆ। ਆਟਵਾ ਪੁਲਿਸ ਸਰਵਿਸ ਬੋਰਡ ਨੇ ਅੱਜ ਇੱਕ ਅਪਡੇਟ ਦਿੱਤੀ ਆ, ਅਤੇ ਪੁਲਿਸ ਜਿਹੜੀ ਪ੍ਰੈਪਰੇਸ਼ਨ ਆ ਪੋਸੀਬਲ ਫਰੀडम ਕਨਵਾਏ 2 ਦੇ ਲਈ ਅੱਜ ਬਾਅਦ ਦੁਪਹਿਰ ਉਹਨਾਂ ਨੇ ਇਹਦੇ ਬਾਰੇ ਗੱਲਬਾਤ ਕੀਤੀ ਆ। ਇਹਦੇ ਲਈ ਕੀ ਬਚਾਅ ਕੀਤਾ ਜਾ ਸਕਦਾ, ਮਾਮਲਾ ਕੀ ਆ। ਪਿਛਲੇ ਸਾਲ ਇੱਕ ਗਰੁੱਪ ਇਕੱਠਾ ਹੋ ਕੇ ਆਟਵਾ ਦੇ ਵਿੱਚ ਚਲਾ ਗਿਆ ਸੀ ਕੋਵਿਡ-19 ਵੈਕਸੀਨ ਨੂੰ ਲੈ ਕੇ। ਉਹਨਾਂ ਨੇ ਬਹੁਤ ਵੱਡਾ ਇਕੱਠ ਆਟਵਾ ਦੇ ਵਿੱਚ ਕੀਤਾ ਸੀ, ਜਿਹਨੂੰ ਅਸੀਂ ਫਰੀडम ਕਨਵਾਏ ਕਹਿੰਦੇ ਹਾਂ। ਇਸ ਵਾਰੀ
ਹਾਲਾਂਕਿ ਉਸ ਫਰੀडम ਕਨਵਾਏ ਦੇ ਪ੍ਰਬੰਧਕਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਕਿ ਅਸੀਂ ਫੇਰ ਉੱਥੇ ਇਕੱਠੇ ਹੋਣਾ ਆ, ਪਰ ਕੁਝ ਐਲਾਨ ਆਏ ਜ਼ਰੂਰ ਸੀ। ਐਲਾਨ ਆਏ ਸੀ ਕਿਸੇ ਹੋਰ ਥਾਂ ਦੇ ਲਈ ਸੀ। ਇੱਕ ਉਹਨਾਂ ਦਾ ਗਰੁੱਪ ਕਹਿੰਦਾ ਸੀ ਅਸੀਂ ਵਿਨੀਪੈਗ ਦੇ ਵਿੱਚ ਇਕੱਠੇ ਹੋਵਾਂਗੇ, ਫਿਰ ਉਸ ਗਰੁੱਪ ਦੇ ਵਿੱਚੋਂ ਇੱਕ ਧਿਰ ਟੁੱਟ ਗਈ ਸੀ ਫਰੀडम ਕਨਵਾਏ ਦੀ, ਜਿਹੜੇ ਕਹਿੰਦੇ ਸੀ ਜੀ ਨਹੀਂ ਐਤਕੀ ਅਸੀਂ ਇਕੱਠੇ ਨਹੀਂ ਹੋ ਰਹੇ। ਪਰ ਸਰਕਾਰ ਇਹਦੀ ਤਿਆਰੀ ਕਰ ਰਹੀ ਆ ਵੀ ਇੱਦਾਂ ਨਾ ਹੋਵੇ ਕਿ ਉਹਦੀ ਸਾਲਗਿਰਾ ਮਨਾਉਣ ਦੇ ਲਈ, ਐਨੀਵਰਸਰੀ ਮਨਾਉਣ ਦੇ ਲਈ ਲੋਕ ਇਕੱਠੇ ਹੋ ਜਾਣ। 28 ਜਨਵਰੀ 2022 ਨੂੰ ਓਟਵਾ ਦੇ ਵਿੱਚ ਪਬਲਿਕ ਹੈਲਥ ਗਾਈਡਲਾਈਨਸ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਸੀ। ਲੋਕ ਇਕੱਠੇ ਹੋ ਕੇ ਓਟਵਾ ਦੇ ਵਿੱਚ ਉਹਨਾਂ ਨੇ ਸਾਰਾ ਸ਼ਹਿਰ ਜਾਮ ਕਰ ਦਿੱਤਾ ਸੀ, ਜਿੱਥੇ ਕਿ ਐਮਰਜੈਂਸੀ ਐਕਟ ਲਾਉਣਾ ਪਿਆ ਸੀ ਸਰਕਾਰ ਨੂੰ, ਪੁਲਿਸ ਨੂੰ ਘੋੜਿਆਂ ਦੇ ਉੱਤੇ, ਤੇ ਇੱਕ ਪਾਸਿਓਂ ਇਕੱਠੇ ਹੋ ਕੇ ਸਾਰੇ ਦੇ ਸਾਰੇ ਖਦੇੜ ਕੇ ਬਾਹਰ ਕਰ ਦਿੱਤੇ ਸੀ, ਜਿਹਦੀਆਂ ਇਨਕੁਆਇਰੀਆਂ ਹਜੇ ਤੱਕ ਚੱਲ ਰਹੀਆਂ। ਹੁਣ 1 ਸਾਲ ਉਹਦਾ ਹੋ ਗਿਆ, ਹਾਲਾਂਕਿ ਹਾਲਾਤ ਬਦਲ ਚੁੱਕੇ ਆ। ਸਾਲ ਪਹਿਲਾਂ ਗੱਲਬਾਤ ਥੋੜ੍ਹੀ ਜਿਹੀ ਟਰੱਕਾਂ ਦੇ ਰੌਲੇ ਤੋਂ ਸ਼ੁਰੂ ਹੋਈ ਸੀ। 28 ਜਨਵਰੀ 2022 ਨੂੰ ਰੌਲਾ ਕੀ ਸੀ, ਜਦੋਂ ਕੈਨੇਡਾ ਅਮਰੀਕਾ ਦੇ ਬਾਰਡਰ ਤੋਂ ਟਰੱਕਰ ਸਮਾਨ ਲੈ ਕੇ ਇੱਧਰ ਆਉਂਦੇ ਸੀ, ਇਹਨਾਂ ਨੂੰ ਵੈਕਸੀਨ ਲਵਾਉਣੀ ਜ਼ਰੂਰੀ ਨਹੀਂ ਸੀ, ਕਿਉਂਕਿ ਕੋਵਿਡ ਹੋ ਗਿਆ ਸੀ। ਉਸ ਵੇਲੇ ਟਰੱਕਰ ਲੱਭ ਵੀ ਨਹੀਂ ਸੀ ਰਹੇ, ਤੇ ਇਹਨਾਂ ਨੂੰ ਛੋਟ ਦਿੱਤੀ ਸੀ ਵੀ ਤੁਸੀਂ ਜਿੱਦਾਂ ਮਰਜ਼ੀ ਆਓ ਜਾਓ। ਫਿਰ ਇਹਨਾਂ ਨੇ ਇੱਕ ਨਿਯਮ ਲਿਆ ਦਿੱਤਾ ਸਰਕਾਰ ਨੇ ਕਿ ਜਿਹੜੇ ਇਹ ਟਰੱਕਰਸ ਨੇ ਇਹਨਾਂ ਨੂੰ ਵੀ ਵੈਕਸੀਨ ਲਵਾਉਣੀ ਪਊਗੀ, ਜਦੋਂ ਹਾਲਾਤ ਥੋੜ੍ਹੇ ਜਿਹੇ ਠੀਕ ਠਾਕ ਹੋ ਗਏ ਸੀ ਪਿਛਲੇ ਸਾਲ ਦੇ ਸ਼ੁਰੂ ਦੇ ਵਿੱਚ, ਜਾਂ ਇੱਦਾਂ ਕਹਿ ਲਓ 2021 ਦੇ ਆਖਰੀ ਮਹੀਨਿਆਂ ਦੇ ਵਿੱਚ। ਜਦੋਂ ਹੀ ਉਹ ਨਿਯਮ ਸਾਹਮਣੇ ਆਏ ਸੀ, ਟਰੱਕਰਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਟਰੱਕਾਂ ਵਾਲਿਆਂ ਨੇ ਵਿਰੋਧ ਕਰਕੇ ਕਿਹਾ ਵੀ ਅਸੀਂ ਰੈਲੀ ਕੱਢਾਂਗੇ, ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਹੁੰਦੇ ਟਰੱਕ ਸਿੱਧੇ ਓਟਵਾ ਨੂੰ ਜਾਣਗੇ, ਤੇ ਉੱਥੇ ਜਾ ਕੇ ਅਸੀਂ ਧਰਨਾ ਦੇਵਾਂਗੇ, ਮੁਜ਼ਾਹਰਾ ਕਰਾਂਗੇ, ਤੇ ਆਪਣਾ ਰੌਲਾ ਰੱਪਾ ਪਾਵਾਂਗੇ ਕਿ ਸਾਡੀ ਗੱਲ ਸੁਣੀ ਜਾਵੇ। ਉਹ ਵੱਧਦਾ ਕਾਫਲਾ, ਉਹਦੇ 'ਚ ਟਰੱਕਰ ਤਾਂ ਰਹੇ ਨਹੀਂ, ਹੋਰ ਲੋਕ ਰਲਣੇ ਸ਼ੁਰੂ ਹੋ ਗਏ। ਉਹ ਲੋਕ ਰਲਣੇ ਸ਼ੁਰੂ ਹੋ ਗਏ ਜਿਹੜੇ ਜਸਟਿਨ ਟਰੂਡੋ ਦੀਆਂ ਪਾਲਿਸੀਆਂ ਦੇ ਉਲਟ ਸੀ, ਜਾਂ ਉਹ ਅਮਰੀਕਾ ਦੇ ਵਿੱਚ ਵੀ ਇਸ ਖਾਸ ਸੋਚ ਵਾਲੇ, ਜਿਹਨਾਂ ਨੂੰ ਅਸੀਂ ਸੱਜੇ ਪੱਖੀ ਸੋਚ ਕਹਿੰਦੇ ਆ, ਐਕਸਟ੍ਰੀਮ ਰਾਈਟ ਵਿੰਗ ਵਾਲੇ ਲੋਕ ਇਹਦੇ ਵਿੱਚ ਇਕੱਠੇ ਹੋ ਗਏ। ਇਹਨਾਂ ਦੇ ਲੀਡਰ ਉਹ ਬਣ ਗਏ ਜਿਹੜੇ ਪਹਿਲਾਂ ਵੀ ਕਈ ਕਿਸਮ ਦੀਆਂ ਨਸਲੀ ਟਿੱਪਣੀਆਂ ਕਰਦੇ ਰਹਿੰਦੇ ਸੀ, ਤੇ ਉੱਥੇ ਜਾ ਕੇ ਉਹ ਹੋਰ ਹੀ ਕੋਈ ਸੀਨ ਬਣ ਗਿਆ। ਤੇ ਇਹਨਾਂ ਨੇ ਧਰਨਾ ਮੁਜ਼ਾਹਰਾ ਤੇ ਜੋ ਉੱਥੇ ਉਪੱਦਰ ਕੀਤਾ, ਕਿਸੇ ਜਿਹੜੇ ਉੱਥੇ ਸਟੈਚੂ ਲੱਗੇ ਸੀਗੇ ਉਹਨਾਂ ਦੇ ਉੱਤੇ ਗਲਤ ਹਰਕਤਾਂ ਕਰ ਦਿੱਤੀਆਂ, ਤੇ ਪੂਰੇ ਕੈਨੇਡਾ ਦੇ ਵਿੱਚ ਚਰਚਾ ਦਾ ਵਿਸ਼ਾ ਇਹ ਰਿਹਾ। ਤੇ ਬਹੁਤ ਔਖੇ ਹੋ ਕੇ ਸਰਕਾਰ ਨੇ ਇਹਨਾਂ ਤੋਂ ਨਿਜਾਤ ਪਾਈ ਸੀ, ਉੱਥੋਂ ਇਹਨਾਂ ਨੂੰ ਭਜਾਇਆ ਸੀ, ਔਰ ਕਈ ਮਿਲੀਅਨ ਡਾਲਰ ਇਹਨਾਂ ਦੇ ਲਈ ਲੋਕਾਂ ਨੇ ਇਕੱਠਾ ਕਰ ਦਿੱਤਾ, ਔਰ ਉਹ ਪੈਸਾ ਅਮਰੀਕਾ ਵੱਲੋਂ ਵੀ ਇੱਧਰਲੇ ਪਾਸੇ ਆਇਆ, ਜਿਹਨੂੰ ਬਾਅਦ ਦੇ ਵਿੱਚ ਰੋਕ ਦਿੱਤਾ ਗਿਆ। ਹੁਣ ਨਵੰਬਰ ਦੇ ਵਿੱਚ ਜਿਹੜੇ ਜੇਮਸ ਬਾਰਡਰ ਨੇ, ਜਿਹੜੇ ਕੋ-ਫਾਊਂਡਰ ਨੇ ਕੈਨੇਡਾ ਯੂਨਿਟੀ ਗਰੁੱਪ ਦੇ, ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀ, ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਫਰੀडम ਕਨਵਾਏ 2 ਓਟਵਾ ਦੇ ਵਿੱਚ ਫਰਵਰੀ 17 ਤੋਂ 21 ਤੱਕ ਹੋਊਗਾ। ਬਾਅਦ ਦੇ ਵਿੱਚ ਦਸੰਬਰ ਦੇ ਵਿੱਚ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਸੀ ਕਿ ਇਹ ਜਿਹੜੀ ਰੀਯੂਨੀਅਨ ਆਊਟ ਆਫ ਸਰਵਿਸ ਆ, ਤੇ ਇਹਨੂੰ ਅਸੀਂ ਨਹੀਂ ਕਰ ਰਹੇ। ਹੁਣ ਭਾਵੇਂ ਕਿ ਇਹਨਾਂ ਦੇ ਪ੍ਰਬੰਧਕਾਂ ਵੱਲੋਂ ਕੋਈ ਐਲਾਨ ਨਹੀਂ ਹੈ ਵੀ ਅਸੀਂ ਫਰੀडम ਕਨਵਾਏ 2 ਕਰਨਾ ਆ, ਪਰ ਕਿਉਂਕਿ 1 ਸਾਲ ਪੂਰਾ ਹੋਣਾ, ਔਰ ਐਮਰਜੈਂਸੀ ਐਕਟ ਜਿਹੜਾ ਪਹਿਲੀ ਵਾਰੀ ਕੈਨੇਡਾ ਦੇ ਇਤਿਹਾਸ ਵਿੱਚ ਇਹਨਾਂ ਲੋਕਾਂ ਨੂੰ ਉੱਥੋਂ ਖਦੇੜਨ ਦੇ ਲਈ ਲਾਇਆ ਗਿਆ ਸੀ, ਸਰਕਾਰ ਇਸ ਗੱਲ ਨੂੰ ਲੈ ਕੇ ਫਿਕਰ ਦੇ ਵਿੱਚ ਆ। ਉਹ ਜਿਹੜੀ ਪੁਲਿਸ ਆ ਉੱਥੋਂ, ਓਟਵਾ ਪੁਲਿਸ ਸਰਵਿਸ ਬੋਰਡ ਆ, ਉਹਨਾਂ ਨੂੰ ਵੀ ਇਸ ਵੇਲੇ ਇਸ ਮਾਮਲੇ ਦੇ ਵਿੱਚ ਅਪਡੇਟ ਕਰਨਾ ਪੈ ਰਿਹਾ, ਔਰ ਜਿਹੜੀ ਆਪਰੇਸ਼ਨਲ ਪਲਾਨ ਆ ਇਹਦੇ ਲਈ ਉਹਦੇ ਉੱਤੇ ਵੀ ਉਹ ਕੰਮ ਕਰ ਰਿਹਾ, ਕਿਉਂਕਿ ਅਮਰੀਕਾ ਜਿਹੜੇ ਇਹਨੂੰ ਇਹ ਸਾਰੇ ਕੁਛ ਨੂੰ ਉਹਨਾਂ ਨੇ ਠੀਕ ਠਾਕ ਕਰਨ ਦੇ ਲਈ ਕੁਛ ਨਾ ਕੁਛ ਜਿਹੜਾ ਉਹ ਕਰਨਗੇ। ਔਰ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਜੋ ਬਾਈਡਨ, ਉਹਨਾਂ ਨੇ ਅਨਾਊਂਸ ਕੀਤਾ ਸੀ ਇਸ ਮਹੀਨੇ ਕਿ ਉਹ ਇੱਕ ਪਹਿਲੀ ਅਫੀਸ਼ੀਅਲ ਵਿਜ਼ਿਟ ਕੈਨੇਡਾ ਦੇ ਵਿੱਚ ਮਾਰਚ ਦੇ ਵਿੱਚ ਕਰਨਗੇ, ਪਰ ਹਾਲੇ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਕਿ ਕਦੋਂ ਕਰਨੀ ਆ। ਸੋ ਇਹ ਸਾਰੇ ਕੁਛ ਦੇ ਲਈ ਸਰਕਾਰ ਤਿਆਰੀ ਕਰ ਰਹੀ ਆ। ਓਟਵਾ ਦੀ ਪੁਲਿਸ ਨੂੰ ਅੱਜ ਇਸ ਮਾਮਲੇ ਦੇ ਵਿੱਚ ਅਪਡੇਟ ਕੀਤਾ ਗਿਆ। ਡਰੱਗ ਓਵਰਡੋਜ਼ ਦੀ ਸਮੱਸਿਆ ਪੂਰੇ ਕੈਨੇਡਾ ਦੀ ਸਮੱਸਿਆ ਆ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਰੋਜ਼ ਨਸ਼ਾ ਕਰਨ ਵਾਲੇ ਲੋਕਾਂ ਦੀ ਮੌਤ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਬ੍ਰਿਟਿਸ਼ ਕੋਲੰਬੀਆ ਇਕੱਲੇ ਦੇ ਵਿੱਚ ਹੀ 6-7 ਲੋਕਾਂ ਦੀ ਮੌਤ ਰੋਜ਼ ਡਰੱਗ ਓਵਰਡੋਜ਼ ਨਾਲ ਹੋ ਜਾਂਦੀ ਹੈ। ਡਰੱਗ ਪੋਇਜ਼ਨਿੰਗ ਅਲਬਰਟਾ ਦੇ ਵਿੱਚ ਵੀ ਇੱਕ ਵੱਡਾ ਇਸ਼ੂ ਬਣਦਾ ਜਾ ਰਿਹਾ। ਪਿਛਲੇ ਸਾਲ ਦਸੰਬਰ ਤੱਕ ਜਿਹੜਾ ਉਹ ਤੋਂ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਮੌਤਾਂ ਦੇ ਵਿੱਚ ਵਾਧਾ ਹੋਇਆ, ਔਰ 2021 ਦੇ ਵਿੱਚ 1842 ਲੋਕਾਂ ਦੀ ਮੌਤ ਇਹਦੇ ਨਾਲ ਹੋਈ ਸੀ, ਡਰੱਗ ਓਵਰਡੋਜ਼ ਦੇ ਨਾਲ। ਪ੍ਰੋਵਿੰਸ ਨੇ ਜਿਹੜਾ ਡਾਟਾ ਰਿਲੀਜ਼ ਕੀਤਾ ਕਿ 366
ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਡਰੱਗ ਪੋਇਜ਼ਨਿੰਗ ਦੇ ਨਾਲ ਮੌਤ ਹੋਈ ਆ ਸਤੰਬਰ 1 ਤੋਂ ਲੈ ਕੇ ਨਵੰਬਰ 30 2022 ਤੱਕ 3 ਮਹੀਨਿਆਂ ਦੇ ਵਿੱਚ 366 ਲੋਕਾਂ ਦੀ ਮੌਤ, ਜਾਣੀ ਕਿ 100 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਇੱਕ ਦਿਨ ਦੇ ਵਿੱਚ ਅਲਬਰਟਾ ਦੇ ਵਿੱਚ ਇਹਨਾਂ 3 ਮਹੀਨਿਆਂ ਦੇ ਵਿੱਚ ਦੱਸੀ ਜਾ ਰਹੀ ਆ, ਜਿਹਦੇ ਨਾਲ ਕਿ 1443 ਲੋਕ ਟੋਟਲ ਹੋ ਗਏ ਸੀ। ਦਸੰਬਰ ਦਾ ਡਾਟਾ ਇਹਦੇ ਵਿੱਚ ਹਜੇ ਐਡ ਨਹੀਂ ਕੀਤਾ ਗਿਆ। ਇਹਦਾ ਮਤਲਬ 366 ਨਵੀਆਂ ਮੌਤਾਂ 116 ਸਤੰਬਰ 'ਚ ਹੋਈਆਂ ਸੀ, 127 ਅਕਤੂਬਰ 'ਚ ਹੋਈਆਂ ਸੀ ਅਤੇ 123 ਨਵੰਬਰ ਦੇ ਵਿੱਚ ਹੋਈਆਂ। ਇਹ ਇਹਨਾਂ ਦੇ ਵਿੱਚੋਂ 4% ਜਿਹੜੀਆਂ ਮੌਤਾਂ ਨੇ ਉਹਨਾਂ ਦੇ ਵਿੱਚ ਓਪੀਓਡ ਇਨਵੋਲਵ ਦੱਸੀ ਜਾ ਰਹੀ ਹੈ। ਅਲਬਰਟਾ ਸਬਸਟੈਂਸ ਯੂਜ਼ ਸਰਵੇਲੈਂਸ ਸਿਸਟਮ ASUSS ਇਹ ਦੱਸਦੇ ਆ ਕਿ 114 ਮੌਤਾਂ ਇਹਨਾਂ ਦੇ ਵਿੱਚੋਂ ਕੈਲਗਰੀ ਦੇ ਵਿੱਚ ਹੋਈਆਂ, 149 ਮੌਤਾਂ ਐਡਮਿੰਟਨ ਦੇ ਵਿੱਚ ਹੋਈਆਂ ਅਤੇ 103 ਮੌਤਾਂ ਪ੍ਰੋਵਿੰਸ ਦੇ ਬਾਕੀ ਹਿੱਸਿਆਂ ਦੇ ਵਿੱਚ ਹੋਈਆਂ, ਜਾਣੀ ਕਿ ਕੱਲੇ ਐਡਮਿੰਟਨ ਦੇ ਵਿੱਚ 149 ਮੌਤਾਂ ਹੋਈਆਂ ਦੱਸੀਆਂ ਜਾ ਰਹੀਆਂ, ਕੈਲਗਰੀ ਦੇ ਵਿੱਚ 114। ਮਾਮਲਾ ਕੀ ਆ ਅਤੇ ਇਹਨੂੰ ਇੱਦਾਂ ਕੰਪੇਅਰ ਕਰਕੇ ਕਿੱਦਾਂ ਦੇਖਿਆ ਜਾ ਸਕਦਾ ਵੀ ਇਸ ਅੰਕੜੇ ਦੇ ਵਿੱਚ ਵਾਧਾ ਹੋ ਰਿਹਾ ਜਾਂ ਇਹ ਅੰਕੜੇ ਥੱਲੇ ਨੂੰ ਆ ਰਹੇ ਆ। ਦਸੰਬਰ ਦਾ ਡਾਟਾ ਰਿਲੀਜ਼ ਨਹੀਂ ਕੀਤਾ ਗਿਆ, ਪਰ ਇਹਦੇ ਤੋਂ ਬਿਨਾਂ ਹੀ ਟੋਟਲ ਐਡ ਕਰਕੇ ਦੇਖ ਲਓ ਤਾਂ 2022 ਦੇ ਵਿੱਚ 1443 ਮੌਤਾਂ ਦੱਸੀਆਂ ਜਾ ਰਹੀਆਂ। ਜੇ 2020 ਦੇ ਨਾਲ ਕੰਪੇਅਰ ਕਰੋ ਤੇ 1387 ਨੇ, ਮਤਲਬ 2020 ਦੇ ਵਿੱਚ ਸਾਰੇ ਸਾਲ ਦੇ ਵਿੱਚ 1387 ਮੌਤਾਂ ਹੋਈਆਂ ਸੀ ਤੇ 2022 ਦੇ ਵਿੱਚ ਦਸੰਬਰ ਮਹੀਨੇ ਨੂੰ ਕੱਢ ਕੇ 1443 ਮੌਤਾਂ ਹੋ ਗਈਆਂ ਤੇ ਇਹ ਸੈਕੰਡ ਹਾਈਐਸਟ ਜਿਹੜਾ ਨੰਬਰ ਆਫ ਡਰੱਗ ਰਿਲੇਟਡ ਡੈਥਸ ਔਨ ਰੈਕਡ ਦੱਸਿਆ ਜਾ ਰਿਹਾ ਆ। 2021 ਦੇ ਵਿੱਚ 1842 ਮੌਤਾਂ ਹੋਈਆਂ ਸੀ, ਜਾਣੀ ਕਿ 1842 ਮੌਤਾਂ ਇੱਕ ਸਾਲ ਦੇ ਵਿੱਚ ਤੇ ਐਵਰੇਜ 5 ਮੌਤਾਂ ਰੋਜ਼। ਇਹ ਸਮੱਸਿਆ ਪੂਰੇ ਕੈਨੇਡਾ ਦੀ ਸਮੱਸਿਆ ਬਣਦੀ ਜਾ ਰਹੀ ਹੈ। ਡਰੱਗ ਓਵਰਡੋਜ਼ ਦੇ ਨਾਲ ਜਾਂ ਡਰੱਗ ਪੋਇਜ਼ਨਿੰਗ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਆ, ਇਹਨਾਂ ਦੇ ਵਿੱਚ ਜਦੋਂ ਅੰਕੜੇ ਕੱਢ ਕੇ ਦੇਖਦੇ ਹਾਂ ਤਾਂ ਤੀਜਾ ਹਿੱਸਾ ਮੌਤਾਂ 30 ਤੋਂ 44 ਸਾਲ ਦੇ ਵਿੱਚ ਹੋ ਰਹੀਆਂ। ਜੇਕਰ ਸਿਰਫ 2022 ਦੇ ਅੰਕੜੇ ਦੇਖੇ ਜਾਣ, 35 ਤੋਂ 39 ਸਾਲ ਤੱਕ 182 ਮੌਤਾਂ ਹੋਈਆਂ, ਜਾਂ ਇੱਦਾਂ ਕਹਿ ਲਓ 13% ਲੋਕਾਂ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀ ਉਮਰ 35 ਤੋਂ 39 ਸਾਲ ਸੀਗੀ। ਸਿਰਫ ਇਹ 4 ਸਾਲ ਦੇ ਗਰੁੱਪ ਵਿੱਚ ਹੀ 13% ਮੌਤਾਂ ਦੱਸੀਆਂ ਜਾ ਰਹੀਆਂ ਆ। 5 ਇਹ ਮੌਤਾਂ ਦੇ ਵਿੱਚ ਬੱਚੇ ਤੇ ਅਡੋਲਸੈਂਟ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਸੀ ਉਹ ਵੀ ਦੱਸੇ ਜਾ ਰਹੇ ਆ। 73% ਮੌਤਾਂ ਦੇ ਵਿੱਚ ਪੁਰਸ਼ ਸੀਗੇ, ਮੇਲ ਸੀਗੇ, ਅਤੇ ਬਾਕੀ ਔਰਤਾਂ ਦੱਸੀਆਂ ਜਾ ਰਹੀਆਂ। 26.7% ਦੇ ਕਰੀਬ ਔਰਤਾਂ ਦੱਸੀਆਂ ਜਾ ਰਹੀਆਂ। 2022 ਦੇ ਵਿੱਚ ਜਦੋਂ ਇਹ ਦੇਖਦੇ ਹਾਂ ਤਾਂ 47% ਇਹਨੂੰ ਉਹ ਸ਼ਬਦ ਵਰਤ ਰਹੇ ਨੇ ਖਾਸ ਤੌਰ 'ਤੇ ਅਨਇੰਟੈਂਸ਼ਨਲ ਓਪੀਓਡ ਪੋਇਜ਼ਨਿੰਗ ਡੈਥਸ। ਸੋ ਜਿਹੜੀਆਂ 47% ਅਨਇੰਟੈਂਸ਼ਨਲ ਓਪੀਓਡ ਪੋਇਜ਼ਨਿੰਗ ਡੈਥਸ ਸੀਗੀਆਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਹੋਈਆਂ, ਭਾਵ ਲੋਕ ਉਸ ਵੇਲੇ ਆਪਣੇ ਘਰ ਦੇ ਵਿੱਚ ਸੀਗੀ। ਦੂਜੀ ਸਭ ਤੋਂ ਜ਼ਿਆਦਾ ਕਾਮਨ ਲੋਕੇਸ਼ਨ ਪਬਲਿਕ ਸੀਗੀ। 25% ਮੌਤਾਂ ਇੱਥੇ ਨੌਨ ਸਿਕਿਉਰ ਜਿਹੜੀਆਂ ਲੋਕੇਸ਼ਨ ਸੀ ਉੱਥੇ ਹੋਈਆਂ ਦੱਸੀਆਂ ਜਾ ਰਹੀਆਂ। ਇਹਨਾਂ ਮੌਤਾਂ ਦੇ ਵਿੱਚ ਹੋ ਰਿਹਾ ਵਾਧਾ। ਇਕੱਲੇ ਐਡਮਿੰਟਨ ਦੇ ਵਿੱਚ ਪਬਲਿਕ ਏਰੀਆ ਦੇ ਵਿੱਚ 33% ਮੌਤਾਂ ਦੱਸੀਆਂ ਜਾ ਰਹੀਆਂ। ਐਡਮਿੰਟਨ ਦੇ ਵਿੱਚ ਪਬਲਿਕ ਪਲੇਸਿਸ ਦੇ ਉੱਤੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਇਸੇ ਤਰ੍ਹਾਂ ਹੀ ਕੈਲਗਰੀ ਦੇ ਵਿੱਚ 26% ਓਪੀਓਡ ਰਿਲੇਟਡ ਡੈਥਸ ਜਿਹੜੀਆਂ ਉਹ ਪਬਲਿਕ ਪਲੇਸਿਸ ਦੇ ਉੱਤੇ ਹੋਈਆਂ ਜਾਂ ਪਬਲਿਕ ਦੇ ਵਿੱਚ ਹੋਈਆਂ ਦੱਸੀਆਂ ਜਾ ਰਹੀਆਂ। ਇਸ ਡਾਟੇ ਦੇ ਆਧਾਰ ਦੇ ਉੱਤੇ 762 ਮੌਤਾਂ 2022 ਦੇ ਵਿੱਚ, ਜਾਣੀ ਕਿ 81% ਮੌਤਾਂ ਦੇ ਵਿੱਚ ਫੈਂਟਾਨਲ ਤੇ ਮੈਥਾਫੈਂਟਾਮੀਨ ਇਨਵੋਲਵ ਦੱਸੀ ਜਾ ਰਹੀ ਆ। ਜਿਹੜੀ ਸਭ ਤੋਂ ਖਤਰਨਾਕ ਡਰੱਗ ਹੈ ਇਸ ਵੇਲੇ ਔਰ ਚਰਚਾ ਦੇ ਵਿੱਚ ਫੈਂਟਾਨਿਲ ਤੇ ਮੈਥਾਫੈਂਟਾਮਾਈਨ। ਕਿਸੇ ਵੇਲੇ ਜਿਹੜਾ ਵੀ ਨਸ਼ਾ ਕੋਈ ਕਰਦਾ ਸੀ ਉਹਦੀ ਮਾਤਰਾ ਨੂੰ ਵਧਾਇਆ ਜਾਂਦਾ ਸੀ ਕਿ ਉਹ ਨਸ਼ੇ ਨੂੰ ਜੇਕਰ ਕਿਲੋ ਆ ਤਾਂ ਉਹਦਾ 2 ਕਿਲੋ ਕਰਨ ਦੇ ਲਈ ਉਹਦੇ ਵਿੱਚ ਕੁਛ ਪਾ ਦਿਓ ਤੇ ਉਹ ਕਿਲੋ ਦਾ 2 ਕਿਲੋ ਹੋ ਜਾਂਦਾ ਸੀ। ਹੁਣ ਜਦੋਂ ਕਿਲੋ ਦਾ 10 ਕਿਲੋ ਕਰ ਲਿਆ ਜਾਂਦਾ ਤੇ ਉਹਦੇ ਨਾਲ ਜਿਹੜਾ ਉਹ ਨਸ਼ੇ ਦਾ ਅਸਰ ਆ ਉਹ ਘਟ ਜਾਂਦਾ। ਉਹ ਨਸ਼ੇ ਦੇ ਅਸਰ ਨੂੰ ਵਧਾਉਣ ਦੇ ਲਈ ਉਹਦੇ ਵਿੱਚ ਫੈਂਟਾਨਿਲ ਪਾਈ ਜਾਂਦੀ ਹੈ, ਜਿਹੜੀ ਕਿ ਬਹੁਤ ਜ਼ਹਿਰੀਲੀ ਆ। ਹੁਣ ਜਿੱਥੇ ਕਿਤੇ ਉਹ ਜ਼ਿਆਦਾ ਪੈ ਗਈ ਜਾਂ ਉਹ ਨਹੀਂ ਰਲੀ ਚੰਗੀ ਤਰ੍ਹਾਂ ਤੇ ਕਿਸੇ ਨੂੰ ਉਹ ਜ਼ਿਆਦਾ ਵਾਲੀ ਆ ਗਈ, ਉਸ ਕੇਸ ਦੇ ਵਿੱਚ ਫਿਰ ਮੌਤਾਂ ਹੋ ਜਾਂਦੀਆਂ। ਇੱਕ ਵਿਅਕਤੀ ਇੱਕ ਨਸ਼ੇ ਦੀ ਖਾਸ ਡੋਜ਼ ਦੇ ਉੱਤੇ ਆਮ ਤੌਰ 'ਤੇ ਲੱਗਾ ਹੁੰਦਾ ਕਿ ਮੈਂ ਅੱਜ ਇੰਨੇ ਗ੍ਰਾਮ ਨਸ਼ਾ ਕਰਨਾ ਜਾਂ ਮੈਂ ਇੰਨਾ ਨਸ਼ਾ ਕਰਨਾ। ਹੁਣ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ
ਜੇ ਉਹਨੇ 2 ਗ੍ਰਾਮ ਨਸ਼ਾ ਕੱਲ੍ਹ ਕੀਤਾ ਸੀ, ਉਸ 2 ਗ੍ਰਾਮ ਦੇ ਵਿੱਚ ਕਿੰਨਾ ਨਸ਼ਾ ਸੀ, ਤੇ ਜਿਹੜਾ 2 ਗ੍ਰਾਮ ਨਸ਼ਾ ਉਹ ਅੱਜ ਕਰ ਰਿਹਾ ਉਹਦੇ ਵਿੱਚ ਨਸ਼ਾ ਕਿੰਨਾ ਆ, ਉਹਦੀ ਮਾਤਰਾ ਕਿੰਨੀ ਆ, ਜਿਹੜਾ ਕਿ ਪੂਰੇ ਕੈਨੇਡਾ ਦੇ ਵਿੱਚ ਡਰੱਗ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਕਾਰਨ ਬਣਦਾ ਆ। ਇੱਕ ਇੱਕ ਕਰਕੇ ਜਦੋਂ ਅੰਕੜੇ ਸਾਰੇ ਪ੍ਰੋਵਿੰਸਸ ਦੇ ਸਾਹਮਣੇ ਆਉਂਦੇ ਆ ਤਾਂ ਉਹਨਾਂ ਦੇ ਵਿੱਚੋਂ ਇਹ ਬਹੁਤ ਚਿੰਤਾ ਵਾਲੀ ਗੱਲ ਸਾਹਮਣੇ ਆਉਂਦੀ ਆ, 6-7 ਬੰਦਿਆਂ ਦੀ ਮੌਤ ਰੋਜ਼ ਹੋ ਜਾਣੀ, ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਆ। 100-150 ਬੰਦਾ ਇੱਕ ਮਹੀਨੇ ਦੇ ਵਿੱਚ ਮਰ ਜਾਣਾ, ਜਾਂ ਇੱਦਾਂ ਸਮਝ ਲਓ ਕਿ ਪੂਰੇ ਦਾ ਪੂਰਾ ਇੱਕ 200 ਸਵਾਰੀਆਂ ਨਾਲ ਭਰਿਆ ਹੋਇਆ ਜਹਾਜ਼ ਹਰ ਮਹੀਨੇ ਜੇਕਰ ਇੱਕ ਪ੍ਰੋਵਿੰਸ ਦੇ ਵਿੱਚ ਕਰੈਸ਼ ਹੋਣ ਲੱਗ ਜਾਵੇ ਤਾਂ ਕਿੱਡੀ ਵੱਡੀ ਖਬਰ ਬਣਦੀ ਆ। ਤੇ ਇਹ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਕਈ ਵਾਰੀ ਸਾਡੇ ਧਿਆਨ ਦੇ ਵਿੱਚ ਵੀ ਨਹੀਂ ਆਉਂਦੀਆਂ, ਪਰ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਕੈਨੇਡਾ ਦੇ ਲਗਭਗ ਸਾਰੇ ਸੂਬਿਆਂ ਦੇ ਵਿੱਚ ਇਸ ਵੇਲੇ ਹੋ ਰਿਹਾ। ਕੱਲ੍ਹ ਜਿਹੜਾ ਲਿਊਨਰ ਈਅਰ ਆ ਉਹ ਸ਼ੁਰੂ ਹੋ ਗਿਆ, ਕਈ ਥਾਵਾਂ ਦੇ ਉੱਤੇ ਇਹਨੂੰ ਸੈਲੀਬ੍ਰੇਟ ਕੀਤਾ ਗਿਆ। ਜਿਹੜੇ ਚਾਈਨੀਜ਼ ਕੈਨੇਡੀਅਨਸ ਨੇ ਜਾਂ ਏਸ਼ੀਅਨ ਕੈਨੇਡੀਅਨਸ ਦੇ ਵਿੱਚੋਂ ਉਹਨਾਂ ਦਾ ਕੀ ਕੰਟਰੀਬਿਊਸ਼ਨ ਆ ਇੱਥੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚਾਈਨਾ ਟਾਊਨ ਦੇ ਵਿੱਚ 48ਵਾਂ ਵੈਨਕੂਵਰ ਚਾਈਨਾ ਟਾਊਨ ਸਪਰਿੰਗ ਫੈਸਟੀਵਲ ਪਰੇਡ ਸ਼ੁਰੂ ਹੋਈ ਹੈ। 11 ਵਜੇ ਪਰੇਡ ਸ਼ੁਰੂ ਹੋਈ ਹੈ। ਡਰੈਗਨ ਤੇ ਜਿਹੜੇ ਉਹ ਸ਼ੇਰ ਲਾਇਨ ਦੇ ਡਾਂਸਸ ਤੇ ਪਰਫਾਰਮੈਂਸਿਸ ਉੱਥੇ ਸ਼ੁਰੂ ਹੋਈਆਂ। ਜਿਸ ਤਰੀਕੇ ਦੇ ਨਾਲ ਉਹਨਾਂ ਦੇ ਚੀਨੀ ਭਾਈਚਾਰੇ ਦੇ ਲੋਕ ਆਪਣੀਆਂ ਸੈਲੀਬ੍ਰੇਸ਼ਨਸ ਕਰਦੇ, ਉਹਨਾਂ ਦਾ ਇੱਕ ਤਰੀਕਾ ਆ ਕਿ ਉਹ ਬੜੇ 2-2 3-3 ਵਿਅਕਤੀ ਉਹਨਾਂ ਦੇ ਵਿੱਚ ਹੁੰਦੇ ਆ ਤੇ ਉਹਨਾਂ ਦੇ ਨਾਲ ਉਹ ਫਿਰ ਉਹ ਕਰਦੇ ਆ। ਐਂਡੀ ਲਿਵਿੰਗਸਟਨ ਪਾਰਕ ਦੇ ਵਿੱਚ ਈਸਟ ਪੈਂਡਰ ਤੇ ਕੀਫਰ ਸਟਰੀਟ ਦੇ ਉੱਤੇ ਇਹ ਸਾਰਾ ਕੁਝ ਚੱਲਿਆ, ਤੇ ਇਹ ਜਿਹੜਾ 22 ਤੋਂ 28 ਤੱਕ ਆ ਲਿਊਨਰ ਨਿਊ ਈਅਰ ਵੀਕ ਚੱਲ ਰਿਹਾ। ਡੇਵਿਡ ਈਬੀ ਉੱਥੇ ਸਾਡੇ ਪ੍ਰੀਮੀਅਰ ਖਾਸ ਤੌਰ ਦੇ ਉੱਤੇ ਪਹੁੰਚੇ ਤੇ ਉਹਨਾਂ ਨੇ ਇੱਥੇ ਰੇਸਿਜ਼ਮ ਦੀ ਖਾਸ ਤੌਰ ਦੇ ਉੱਤੇ ਗੱਲ ਕੀਤੀ ਆ। ਜਿਹੜੀ ਅਮਰੀਕਾ ਦੇ ਵਿੱਚ ਐਤਵਾਰ ਨੂੰ ਮੌਂਟਰੀ ਪਾਰਕ ਕੈਲੀਫੋਰਨੀਆ ਦੇ ਵਿੱਚ ਘਟਨਾ ਵਾਪਰੀ ਆ, ਉਹਦੀ ਉਹਨਾਂ ਨੇ ਨਿੰਦਾ ਵੀ ਕੀਤੀ। ਇਹਦਾ ਸੰਬੰਧ ਕੀ ਆ, ਵੈਨਕੂਵਰ ਤੇ ਇੱਥੇ ਚਾਈਨਾ ਟਾਊਨ ਦੇ ਵਿੱਚ ਜਿਹੜਾ ਸੈਲੀਬ੍ਰੇਸ਼ਨ ਸ਼ੁਰੂ ਹੋਈਆਂ ਇਹ ਲਿਊਨਰ ਨਿਊ ਈਅਰ ਦੀਆਂ, ਜਿਹੜੇ ਚੀਨੀ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਇਹ ਸਾਲ ਇਸ ਤਰੀਕੇ ਦੇ ਨਾਲ ਸ਼ੁਰੂ ਹੁੰਦਾ ਕਿ ਉਹਨਾਂ ਦਾ ਜਿਹੜਾ ਕੈਲੰਡਰ ਆ ਉਹ ਚੰਦਰਮਾ ਦੇ ਹਿਸਾਬ ਨਾਲ ਚੱਲਦਾ। ਜਿੱਦਾਂ ਚੰਦਰਮਾ ਦਾ ਇੱਕ ਆਪਣਾ ਪ੍ਰਬੰਧ ਆ, ਪੂਰਾ ਧਰਤੀ ਦੁਆਲੇ ਚੱਕਰ ਲਾਉਂਦਾ, ਤੇ ਅਸੀਂ ਜਾਣਦੇ ਹਾਂ ਉਹਨੂੰ ਕਦੇ ਪੁੰਨਿਆ ਆਉਂਦੀ, ਕਦੇ ਮੱਸਿਆ ਆਉਂਦੀ, ਕਦੇ ਅੱਜ ਏਕਮ ਦੂਜ ਤੀਜ, ਇਸ ਤਰੀਕੇ ਦੇ ਨਾਲ ਹਿਸਾਬ ਕੀਤਾ ਜਾਂਦਾ। ਇਹਨਾਂ ਦਾ ਕੈਲੰਡਰ ਉਸ ਹਿਸਾਬ ਨਾਲ ਚੱਲਦਾ ਤੇ ਉਹਦਾ ਨਵਾਂ ਸਾਲ ਕੱਲ੍ਹ ਤੋਂ ਸ਼ੁਰੂ ਹੁੰਦਾ। ਉਹਦੀਆਂ ਸੈਲੀਬ੍ਰੇਸ਼ਨਸ ਇੱਕ ਹਫ਼ਤਾ ਲਗਭਗ ਚੱਲਣੀਆਂ ਆ। ਤੇ ਇਸੇ ਦਿਨ ਦੇ ਉੱਤੇ ਜਿਹੜਾ ਸਾਡਾ ਗੁਆਂਢੀ ਦੇਸ਼ ਆ ਅਮਰੀਕਾ, ਉੱਥੇ ਮੌਂਟਰੀ ਪਾਰਕ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਦੇ ਨੇੜੇ ਇੱਕ ਬੰਦੇ ਨੇ ਇੱਕ ਕਲੱਬ ਦੇ ਵਿੱਚ ਜਾ ਕੇ ਉੱਥੇ ਗੋਲੀ ਚਲਾ ਦਿੱਤੀ ਤੇ 10 ਲੋਕਾਂ ਨੂੰ ਮਾਰ ਦਿੱਤਾ। 5 ਜਿਨ੍ਹਾਂ ਦੇ ਵਿੱਚੋਂ ਔਰਤਾਂ ਸੀ ਤੇ 10 ਜਣਿਆਂ ਨੂੰ ਉਹਨੇ ਜ਼ਖਮੀ ਕਰ ਦਿੱਤਾ। ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਨੂੰ ਘੇਰਿਆ ਤੇ ਉੱਥੇ ਘੇਰਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਹੁਣ ਇਹ ਜਿਹੜਾ ਸਾਰਾ ਭਾਣਾ ਵਾਪਰਿਆ ਇਹ ਲਿਊਨਰ ਨਿਊ ਈਅਰ ਸੈਲੀਬ੍ਰੇਸ਼ਨ ਦੇ ਉੱਤੇ ਵਾਪਰਿਆ। ਤੇ ਇੱਥੇ ਫਿਰ ਖਾਸ ਤੌਰ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਉਸ ਚੀਜ਼ ਨੂੰ ਖਾਸ ਤੌਰ ਤੇ ਐਡਰੈਸ ਕੀਤਾ, ਉਹਦਾ ਜ਼ਿਕਰ ਕੀਤਾ, ਕਿਉਂਕਿ ਉਹ ਕਾਰਵਾਈ ਕਰਨ ਵਾਲਾ ਬੰਦਾ ਚੀਨੀ ਮੂਲ ਦਾ ਦੱਸਿਆ ਜਾ ਰਿਹਾ ਹੈ। ਤੇ ਉਸ ਇਲਾਕੇ ਦੇ ਵਿੱਚ ਅਮਰੀਕਾ ਦੇ ਵਿੱਚ ਮੌਂਟਰੀ ਪਾਰਕ ਦੇ ਵਿੱਚ ਜਿਹੜੇ ਏਸ਼ੀਅਨ ਅਮਰੀਕਨ ਨੇ ਉਹ ਬਹੁਤ ਗਿਣਤੀ ਦੇ ਵਿੱਚ ਰਹਿੰਦੇ ਆ ਤੇ ਉੱਥੇ ਇੱਕ ਡਰ ਦਾ ਮਾਹੌਲ ਵੀ ਬਣਿਆ ਹੈ। ਸੋ ਖਾਸ ਤੌਰ ਦੇ ਉੱਤੇ ਜਿਹੜੇ ਚਾਈਨੀਜ਼ ਕੈਨੇਡੀਅਨਸ ਨੇ ਉਹਨਾਂ ਦੀ ਸਾਡੇ ਪ੍ਰੀਮੀਅਰ ਡੇਵਿਡ ਈਬੀ ਨੇ ਜ਼ਿਕਰ ਕੀਤਾ, ਉਹਨਾਂ ਦੀ ਕੰਟਰੀਬਿਊਸ਼ਨ ਦਾ। ਜਿਹੜੀਆਂ ਚਾਈਨਾ ਟਾਊਨ ਦੀਆਂ ਸਟਰੀਟ ਸੀਗੀਆਂ ਪੂਰੀ ਦੀਆਂ ਪੂਰੀਆਂ ਭਰੀਆਂ ਪਈਆਂ ਸੀਗੀਆਂ ਇਹਦੇ ਨਾਲ। ਤੇ ਪਰੇਡ ਦੇ ਵਿੱਚ ਜਿਹੜਾ ਜਿਸ ਉਤਸ਼ਾਹ ਦੇ ਨਾਲ ਲੋਕਾਂ ਨੇ ਬੜੀ ਦੇਰ ਬਾਅਦ ਆ ਕੋਵਿਡ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਹਿੱਸਾ ਲਿਆ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੀ। ਵੈਨਕੂਵਰ ਚਾਈਨਾ ਟਾਊਨ ਦਾ ਨੇਬਰਹੁੱਡ ਜਿੱਥੇ ਈਅਰ ਆਫ ਰੈਬਿਟ ਕਿਹਾ ਜਾ ਰਿਹਾ, ਫਸਟ ਲਿਊਨਰ ਈਅਰ ਪਿਛਲੇ 3 ਸਾਲਾਂ ਦੇ ਵਿੱਚ 22 ਜਨਵਰੀ ਪਹਿਲਾ ਦਿਨ ਇਸ ਸਾਲ ਦਾ, ਜਾਣੀ ਕਿ ਕੱਲ੍ਹ ਲਿਊਨਰ ਨਿਊ ਈਅਰ ਦਾ। ਤੇ ਵੈਨਕੂਵਰ ਦੀ ਚਾਈਨਾ ਟਾਊਨ ਸਪਰਿੰਗ ਫੈਸਟੀਵਲ ਪਰੇਡ ਦੁਬਾਰਾ ਵਾਪਸ ਆਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਕ, ਕੁਛ ਜਿਹੜੇ ਪੋਲੀਟੀਸ਼ੀਅਨ ਸੀ ਉੱਥੇ, ਉਹਨਾਂ ਨੇ ਇਹ ਲਿਊਨਰ ਨਿਊ ਈਅਰ ਸੈਲੀਬ੍ਰੇਟ ਕੀਤਾ ਆ। ਕੈਨੇਡਾ ਦੇ ਪ੍ਰਧਾਨ ਮੰਤਰੀ ਸਾਡੇ ਜਸਟਿਨ ਟਰੂਡੋ ਉੱਥੇ ਰੁਕਿਆ ਵੈਨਕੂਵਰ ਦੇ ਮੇਅਰ ਕੈਨ ਸਿਮ ਨੂੰ ਮਿਲਣ ਦੇ ਲਈ। ਕੈਨ ਸਿਮ ਨੇ ਵੀ ਕਿਹਾ ਕਿ ਉਹ ਬਹੁਤ ਐਕਸਾਈਟਡ ਨੇ ਹਜ਼ਾਰਾਂ ਲੋਕਾਂ ਨੂੰ ਇਸ ਈਵੈਂਟ ਨੂੰ ਅਟੈਂਡ ਕਰਦਿਆਂ
ਦੇਖਣ ਦੇ ਲਈ ਜਿਹੜੀਆਂ ਇਹ ਵੀ ਕਹਿੰਦੇ ਕਿ ਅਸੀਂ ਗੱਲਬਾਤ ਕੀਤੀ ਆ ਕਿ ਜਿਹੜੀ ਚਾਈਨਾ ਟਾਊਨ ਦੀ ਸੈਲੀਬ੍ਰੇਸ਼ਨ ਹੁੰਦੀ ਆ ਹੈਰੀਟੇਜ ਦੀ, ਸਿਰਫ ਚਾਈਨੀਜ਼ ਹੈਰੀਟੇਜ ਨਹੀਂ ਆ, ਸਗੋਂ ਇਹ ਕੈਨੇਡੀਅਨ ਹੈਰੀਟੇਜ ਵੀ ਆ। ਸੋ ਮੇਅਰ ਸਿਮ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਯਕੀਨ ਆ ਕਿ ਪਰੇਡ ਦੇ ਵਿੱਚ ਸਿਰਫ ਚਾਈਨਾ ਟਾਊਨ ਹੀ ਨਹੀਂ, ਸਗੋਂ ਵੈਨਕੂਵਰ ਤੇ ਇਹਦੇ ਆਲੇ ਦੁਆਲੇ ਦੇ ਵਿੱਚ ਜਿੰਨੀ ਕਮਿਊਨਿਟੀ ਆ ਉਹ ਇਹਦੇ ਵਿੱਚ ਇਨਵੋਲਵ ਹੋਣਗੇ। ਪ੍ਰੀਮੀਅਰ ਡੇਵਿਡ ਵੀ ਖਾਸ ਤੌਰ ਦੇ ਉੱਤੇ ਇਹਨਾਂ ਦੇ ਵਿੱਚ ਸ਼ਾਮਲ ਹੋਏ ਆ। ਇਸ ਗੱਲ ਨੂੰ ਜਿੱਥੇ ਇੱਥੇ ਸੈਲੀਬ੍ਰੇਸ਼ਨ ਕੀਤੀਆਂ ਜਾ ਰਹੀਆਂ, ਉੱਥੇ ਲੋਕ ਜੋ ਕੁਛ ਅਮਰੀਕਾ ਦੇ ਵਿੱਚ ਹੋਇਆ ਉਹਦਾ ਜ਼ਿਕਰ ਵੀ ਇਸ ਮਾਮਲੇ ਦੇ ਵਿੱਚ ਕਰ ਰਹੇ ਆ, ਤਾਂ ਕਿ ਇਹਨੂੰ ਜਿਹੜੇ ਲੋਕ ਆ ਇੱਥੇ ਖੁੱਲ੍ਹ ਕੇ ਸੈਲੀਬ੍ਰੇਟ ਕਰ ਸਕਣ। ਤੇ ਇਹਨੂੰ ਕਿਉਂਕਿ ਕੋਵਿਡ ਤੋਂ ਬਾਅਦ ਇਹ ਦੁਬਾਰਾ ਫੇਰ ਸ਼ੁਰੂ ਹੋਇਆ, ਤਾਂ ਇਸ ਵਾਰੀ ਇੱਕ ਸੈਲੀਬ੍ਰੇਸ਼ਨ ਜਿਹੜੀਆਂ ਹੋਰ ਵੀ ਜ਼ਿਆਦਾ ਖਾਸ ਦੱਸੀਆਂ ਜਾ ਰਹੀਆਂ। ਕੈਨੇਡਾ ਨੇ ਇੱਕ ਐਪ ਬਣਾਈ ਸੀ ਅਰਾਈਵ ਕੈਨ। ਜਦੋਂ ਕੋਵਿਡ ਵਾਲਾ ਰੌਲਾ ਗੋਲਾ ਚੱਲਦਾ ਸੀ, ਉਸ ਵੇਲੇ ਜਿਹੜੇ ਟਰੈਵਲਰ ਸੀ ਉਹਨਾਂ ਨੂੰ ਅਰਾਈਵ ਕੈਨ ਦੇ ਉੱਤੇ ਆਪਣੀ ਇਨਫੋਰਮੇਸ਼ਨ ਭਰਨੀ ਜ਼ਰੂਰੀ ਹੁੰਦੀ ਸੀ। ਹੁਣ ਉਸ ਐਪ ਦੇ ਬਾਰੇ ਰੌਲਾ ਇਹ ਪੈ ਗਿਆ ਸੀ ਕਿ ਸਰਕਾਰ ਨੇ ਕਈ ਮਿਲੀਅਨ ਡਾਲਰ ਉਹਦੇ ਉੱਤੇ ਲਾ ਦਿੱਤਾ, ਜਿਹੜੀ ਕਿ ਗੱਲਬਾਤ ਇੰਨੀ ਹੈ ਹੀ ਨਹੀਂ ਸੀ। ਖਰਚਾ ਉਹ ਥੋੜ੍ਹਾ ਜਿਹਾ ਸੀ ਵੀ 54-55 ਮਿਲੀਅਨ ਡਾਲਰ ਇੱਕ ਐਪ ਬਣਾਉਣ ਦੇ ਉੱਤੇ ਕਿੱਦਾਂ ਲਾਤਾ। ਤੇ ਇੱਕ ਕੰਪਨੀ ਨੇ ਸਿਰਫ 2 ਦਿਨਾਂ ਦੇ ਵਿੱਚ ਆਪਣੇ ਵਰਕਰਾਂ ਨੂੰ ਕਿਹਾ ਸੀ ਵੀ ਆਓ ਇੱਦਾਂ ਦੀ ਐਪ ਆਪਾਂ ਬਣਾ ਕੇ ਦੇਖੀਏ, ਤੇ ਉਹਨਾਂ ਨੇ 2 ਦਿਨਾਂ ਦੇ ਵਿੱਚ ਬਣਾ ਕੇ ਰੱਖਤੀ ਸੀ ਕਿ ਐਪ ਤਾਂ ਇੰਨੀ ਸੌਖੀ ਬਣ ਜਾਂਦੀ, ਤੁਸੀਂ ਇੰਨੇ ਮਿਲੀਅਨ ਡਾਲਰ ਕਿਹਨੂੰ ਦੇ ਦਿੱਤਾ। ਉਹ ਐਪ ਆਪਣੇ ਆਪ 'ਚ ਬਹੁਤ ਰੌਲੇ ਗੋਲੇ ਦੇ ਵਿੱਚ ਰਹੀ ਸੀ ਕਿ ਇਹਦੇ ਉੱਤੇ ਡਾਟਾ ਭਰਨ ਦਾ ਕੋਈ ਫਾਇਦਾ ਹੁੰਦਾ ਕਿ ਨਹੀਂ ਹੁੰਦਾ, ਜਾਂ ਵੈਸੇ ਹੀ ਲੋਕਾਂ ਨੂੰ ਖੱਜਲ ਕੀਤਾ ਜਾ ਰਿਹਾ, ਏਅਰਪੋਰਟਾਂ ਦੇ ਉੱਤੇ ਦੇਰੀ ਹੋ ਰਹੀ ਆ। ਪਰ ਇਹਨੂੰ ਬਣਾਉਣ ਦੇ ਉੱਤੇ ਜਿੰਨੇ ਪੈਸੇ ਲੱਗੇ ਸੀ ਉਹ ਇੱਕ ਵੱਖਰਾ ਮੁੱਦਾ ਸੀ, ਤੇ ਉਹ ਮੁੱਦਾ ਹਜੇ ਤੱਕ ਚੱਲ ਰਿਹਾ। 2 ਵਿਅਕਤੀ ਓਟਵਾ ਏਰੀਏ ਦੇ ਵਿੱਚ ਇੱਕ ਸਟਾਫਿੰਗ ਕੰਪਨੀ, ਉਹਨਾਂ ਨੂੰ ਕਹਿੰਦੇ ਕਈ ਮਿਲੀਅਨ ਡਾਲਰ ਮਿਲਿਆ ਫੈਡਰਲ ਕਮਿਸ਼ਨ ਦਾ ਇਸ IT ਪ੍ਰੋਜੈਕਟ ਦੇ ਉੱਤੇ, ਜਿਹੜਾ ਸਬ ਕੰਟਰੈਕਟ ਕੀਤਾ ਗਿਆ ਅਰਾਈਵ ਕੈਨ ਐਪ ਦਾ ਅੱਗਿਓਂ 6 ਹੋਰ ਕੰਪਨੀਆਂ ਨੂੰ, ਜਿਹਦੇ ਵਿੱਚ ਮਲਟੀਨੈਸ਼ਨਲ BDO KPMG ਤੇ ਹੋਰ ਕੰਪਨੀਆਂ ਸ਼ਾਮਲ ਆ। ਜਿਹੜੇ ਨਵੇਂ ਡਾਕੂਮੈਂਟ ਮਿਲੇ ਆ ਉਹਨਾਂ ਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਰੇਟ ਪੇ ਕੀਤੇ ਗਏ ਆ GC ਸਟ੍ਰੈਟਜੀਜ਼ ਨੂੰ, ਬਿੱਲ ਕੀਤਾ ਗਿਆ ਸਰਕਾਰ ਨੂੰ, ਉਹ 1000 ਤੋਂ ਲੈ ਕੇ 1500 ਡਾਲਰ ਇੱਕ ਵਰਕਰ ਦਾ ਇੱਕ ਦਿਨ ਦਾ ਦੱਸਿਆ ਜਾ ਰਿਹਾ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ 15 ਤੋਂ 30% ਤਾਂ ਇਹਦੇ ਵਿੱਚ ਕਮਿਸ਼ਨ ਵੀ ਸ਼ਾਮਲ ਦੱਸਿਆ ਜਾ ਰਿਹਾ। ਕਈ ਮਹੀਨਿਆਂ ਤੱਕ ਇਹ ਕੰਪਨੀ ਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਜਿਨ੍ਹਾਂ ਨੇ ਇਹ ਪ੍ਰੋਜੈਕਟ ਚਲਾਇਆ ਸੀ, ਉਹਦੇ ਵਿੱਚ ਜਿਹੜੇ ਸਬ ਕੰਟਰੈਕਟਰ ਸੀਗੇ ਉਹਨਾਂ ਦੀ ਆਇਡੈਂਟੀਟੀ ਨਹੀਂ ਸੀ ਪਤਾ ਲੱਗਦੀ, ਜਿਨ੍ਹਾਂ ਨੇ ਅਰਾਈਵ ਕੈਨ ਐਪ ਬਣਾਈ ਸੀ। ਕਿਹਾ ਇਹ ਸੀਗਾ ਵੀ ਇਹ ਕੌਨਫੀਡੈਂਸ਼ੀਅਲ ਆ ਤੇ ਥਰਡ ਪਾਰਟੀ ਇਨਫੋਰਮੇਸ਼ਨ ਆ। ਹੁਣ ਉਹ ਗੱਲਬਾਤ ਜਦੋਂ ਸਾਹਮਣੇ ਆਈ ਆ ਤੇ ਫਿਰ ਹੋਰ ਵੀ ਪਤਾ ਲੱਗ ਰਿਹਾ ਕਿ ਇਹਦੇ ਉੱਤੇ ਖਰਚਾ ਕਿੰਨਾ ਆਉਣਾ ਚਾਹੀਦਾ ਸੀ, ਤੇ ਜਿਹੜਾ ਇਹ ਇੰਨਾ ਖਰਚਾ ਆਇਆ ਇਹ ਕਿਹੜੀ ਕੰਪਨੀ ਨੂੰ ਦਿੱਤਾ ਗਿਆ ਸੀ। ਇਹਨੂੰ ਮਤਲਬ ਜਿਹੜੇ NDP ਦੇ ਕੁਝ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਇਸ ਗੱਲਬਾਤ ਨੂੰ, ਮੈਥਿਊ ਗ੍ਰੀਨ ਨੇ ਗੱਲਬਾਤ ਨੂੰ ਕਿਹਾ ਸੀ ਵੀ ਇਹ ਸਿੱਧੀ ਅਬਿਊਜ਼ ਆ ਪਬਲਿਕ ਦੇ ਪੈਸੇ ਦਾ, ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਆ। ਤੇ ਜਿਹੜੇ ਮਤਲਬ ਇਹ ਵੀ ਕਿਹਾ ਸੀ ਕਿ ਅਸੀਂ ਇੱਕ ਤਰ੍ਹਾਂ ਦੇ ਨਾਲ ਇਹਨਾਂ ਡਾਲਰਾਂ ਨੂੰ ਅੰਨ੍ਹੇਵਾਹ ਉਹਨਾਂ ਲੋਕਾਂ ਨੂੰ ਸਿੱਟ ਰਹੇ ਹਾਂ ਜਿਹੜੇ ਆਪਣੇ ਬਿਜ਼ਨਸ ਆਪਣੀ ਬੇਸਮੈਂਟ ਦੇ ਵਿੱਚੋਂ ਚਲਾ ਰਹੇ ਆ, ਔਰ ਕਿਸੇ ਵੱਡੀ ਕੰਪਨੀ ਨੂੰ ਕੰਟਰੈਕਟ ਦਿੱਤਾ ਜਾਵੇ, ਉਹ ਕੁਝ ਬਣਾ ਕੇ ਦੇਵੇ, ਹੋਰ ਹੋ ਸਕਦੀ ਕਿਸੇ 2 ਬੰਦਿਆਂ ਨੂੰ 54 ਮਿਲੀਅਨ ਡਾਲਰ ਜਿਹੜਾ ਉਹ ਵੱਧ ਜਾਵੇ, ਉਹਦਾ ਉਹ ਦੇ ਦਿੱਤਾ ਜਾਵੇ ਵੀ ਹੁਣ ਆਹ ਅਪਡੇਟ ਆ ਗਈ ਇਸ ਐਪ ਦੇ ਵਿੱਚ, ਹੁਣ ਆਹ ਅਪਡੇਟ ਆ ਗਈ, ਤਾਂ ਸਵਾਲ ਪੈਦਾ ਹੋਣੇ ਕੁਦਰਤੀ ਤੌਰ ਦੇ ਉੱਤੇ ਜ਼ਰੂਰੀ ਨੇ। ਜਿਹੜੀ GC ਸਟ੍ਰੈਟਜੀਜ਼ ਆ, ਨੈਟਵਰਕ ਸਬ ਕੰਟਰੈਕਟ ਜਿਹੜਾ ਡਿਵੈਲਪ ਕੀਤਾ ਗਿਆ ਫੈਡਰਲ ਕੰਟਰੈਕਟਰਸ ਨੂੰ, ਉਹਦੇ ਉੱਤੇ ਆ। ਅਰਾਈਵ ਕੈਨ ਐਪ 2020 ਦੇ ਸ਼ੁਰੂ ਦੇ ਵਿੱਚ ਟਰੈਵਲਰਸ ਦੇ ਲਈ ਮੈਂਡੇਟਰੀ ਕੀਤੀ ਗਈ ਸੀ ਵੀ ਇਹ ਜ਼ਰੂਰੀ ਆ ਜੇ ਕੋਈ ਬੰਦਾ ਇੱਥੇ ਆਉਂਦਾ ਆ। ਹੁਣ ਉਹ 30 ਸਤੰਬਰ ਤੋਂ ਬਾਅਦ ਤਾਂ ਮੈਂਡੇਟਰੀ ਨਹੀਂ ਰਹੀ, ਪਰ ਇੱਕ ਵੋਲੰਟਰੀ ਆਪਸ਼ਨ ਜ਼ਰੂਰ ਹੈਗੀ ਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਇਹ ਕਹਿੰਦੀ ਆ ਕਿ ਇਹਦੀ ਕਾਸਟ 80,000 ਡਾਲਰ ਤੋਂ ਸ਼ੁਰੂ ਹੋਈ ਸੀ, ਤੇ ਫਿਰ ਇਹਦਾ ਬਿੱਲ ਬਣਦਾ ਵੱਧਦਾ 54 ਮਿਲੀਅਨ ਡਾਲਰ ਦੇ ਉੱਤੇ ਚਲਿਆ ਗਿਆ। 70 ਅਪਡੇਟ ਹੋਈਆਂ ਇਹਦੇ ਵਿੱਚ, ਇਹਨੂੰ ਲਗਾਤਾਰ ਪਬਲਿਕ ਹੈਲਥ ਗਾਈਡੈਂਸ ਦੇ ਗਾਈਡਲਾਈਨ ਦੇ ਹਿਸਾਬ ਨਾਲ ਚੇਂਜ ਕੀਤਾ ਗਿਆ। ਇਹਦੀ ਅਰਾਈਵ ਕੈਨ ਦੀ ਫਿਰ ਇਨਵੈਸਟੀਗੇਸ਼ਨ ਹੋਈ, ਹਾਊਸ ਆਫ ਕਾਮਨਸ ਕਮੇਟੀ ਨੇ, ਸਰਕਾਰ ਦੇ ਆਪਰੇਸ਼ਨਸ ਨੇ। ਇਹਦੇ ਤੋਂ ਬਾਅਦ ਫੈਡਰਲ ਡਿਪਾਰਟਮੈਂਟ ਨੂੰ ਹੈਂਡਓਵਰ ਕੀਤਾ ਗਿਆ ਇਹਦੇ ਰਿਲੇਟਡ ਡਾਕੂਮੈਂਟਸ ਜਿਹੜੇ ਕੰਟਰੈਕਟ ਦੇ ਨਾਲ ਸੀਗੇ। ਉਹਦੇ ਉੱਤੋਂ ਹੁਣ ਇਹ ਗੱਲਬਾਤ ਨਿਕਲ ਕੇ ਸਾਹਮਣੇ ਆਈ ਆ ਕਿ ਇਹਦੀ
ਜਿਹੜੀਆਂ ਇਨਵੋਇਸਸ ਸੀਗੀਆਂ GC ਸਟ੍ਰੈਟਜੀਜ਼ ਨਾਂ ਦੀ ਕੰਪਨੀ ਨੂੰ ਦਿੱਤੀਆਂ ਗਈਆਂ, ਉਹ ਕੌਣ ਸੀਗੇ ਤੇ ਕੌਣ ਇਹਨੂੰ ਬਣਾਉਣ ਵਾਲੇ ਸੀਗੇ, ਇਹਦੇ ਬਾਰੇ ਹੁਣ ਅੱਗੇ ਗੱਲਬਾਤ ਜਿਹੜੀ ਆ ਉਹ ਹੋਰ ਜਿਹੜੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ 6 ਜਣਿਆਂ ਨੂੰ ਕਿਹੜੇ ਨੂੰ ਅੱਗੇ ਇਹ ਐਪ ਬਣਾਉਣ ਦਾ ਸਬ ਕੰਟਰੈਕਟ ਦਿੱਤਾ ਤੇ ਉਹਨਾਂ ਨੇ ਕੀ ਕੀਤਾ ਤੇ ਕੀ ਇਹਦਾ ਇੰਨੀ ਦੀ ਹੀ ਬਣਦੀ ਸੀ ਜਾਂ ਇਹ ਕਈ ਗੁਣਾ ਜ਼ਿਆਦਾ ਪੈਸਾ ਸਰਕਾਰ ਨੇ ਇਹਦੇ ਉੱਤੇ ਲਾ ਦਿੱਤਾ, ਜਿਹੜਾ ਕਿ ਨਹੀਂ ਲੱਗਣਾ ਚਾਹੀਦਾ ਸੀ। ਜਿਹੜੇ ਬਣਾਉਣ ਵਾਲੇ ਸੀ ਉਹ ਕਹਿੰਦੇ ਸੀ ਇਹ ਏਡੀ ਆਰਡੀਨਰੀ ਐਪ ਨਹੀਂ ਆ, ਪਰ ਜਿਹੜੇ ਇਸ ਖੇਤਰ ਦੇ ਮਾਹਰ ਆ ਉਹ ਦੱਸਦੇ ਆ ਵੀ ਇਹਦੇ ਵਿੱਚ ਐਡਾ ਵੀ ਕੁਝ ਖਾਸ ਨਹੀਂ ਸੀ, ਇਹ ਐਪ ਸੌਖਿਆਂ ਹੀ ਕੋਈ ਬਣਾ ਸਕਦਾ ਸੀ। ਇਹਦੇ ਵਿੱਚ ਕਿਤੇ ਨਾ ਕਿਤੇ ਗੜਬੜ ਇਹਨੂੰ ਬਣਾਉਣ, ਇਹਦੇ ਕੰਟਰੈਕਟ, ਇਹਦਾ ਸਬ ਕੰਟਰੈਕਟ, ਉਹਦਾ ਕਮਿਸ਼ਨ ਤੇ ਜਿੰਨੀ ਇਹਦੇ ਉੱਤੇ ਲਾਗਤ ਆਈ ਆ ਉਹ ਜ਼ਰੂਰ ਹੋਈ ਆ। ਇਹ ਡਾਕੂਮੈਂਟ ਸਾਹਮਣੇ ਆਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਡਾਕੂਮੈਂਟਸ ਵੀ ਸਾਹਮਣੇ ਆਉਣਗੇ ਤੇ ਇਸ ਐਪ ਦੀ ਸੱਚਾਈ ਦਾ ਲੋਕਾਂ ਨੂੰ ਪਤਾ ਲੱਗੇਗਾ। ਜਿਨ੍ਹਾਂ ਲੋਕਾਂ ਦੇ ਕੋਲ ਟੈਸਲਾ ਕਾਰਾਂ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਨੇ। ਪਿਛਲੇ ਕੁਝ ਦਿਨ ਪਹਿਲਾਂ ਟੈਸਲਾ ਨੇ ਆਪਣੇ ਰੇਟ ਘਟਾ ਦਿੱਤੇ ਸੀ, ਖਾਸ ਕਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਦੀਆਂ ਕੀਮਤਾਂ ਇੰਨੇ ਹਜ਼ਾਰ ਤੱਕ 20-20 ਹਜ਼ਾਰ ਤੱਕ ਥੱਲੇ ਆ ਗਈਆਂ ਸੀ। ਜਿਹੜੇ ਲੋਕ ਪਹਿਲਾਂ ਟੈਸਲਾ ਕਾਰ ਲੈ ਚੁੱਕੇ ਆ ਉਹ ਹੁਣ ਇਸ ਗੱਲ ਦੀ ਮੰਗ ਕਰ ਰਹੇ ਵੀ ਸਾਨੂੰ ਘਾਟਾ ਕਿਉਂ ਪਾਇਆ ਗਿਆ, ਕਿ ਜੇ ਸਾਨੂੰ ਘਾਟਾ ਪਾਇਆ ਤਾਂ ਘੱਟੋ ਘੱਟ ਸਾਨੂੰ ਕੰਪਨਸੇਟ ਕਰੋ। ਜਿਹੜੀ ਸੈਲਫ ਡਰਾਈਵਿੰਗ ਸਬਸਕ੍ਰਿਪਸ਼ਨ ਆ ਟੈਸਲਾ ਵੱਲੋਂ, ਕਹਿੰਦੇ ਸਾਨੂੰ ਫ੍ਰੀ ਦਿਓ ਉਹ, ਕਿਉਂਕਿ ਅਸੀਂ ਕਾਰ ਪਹਿਲਾਂ ਲਈ ਸੀ, ਤੁਸੀਂ ਇੱਕਦਮ ਬਾਅਦ ਦੇ ਵਿੱਚ 20-20 ਹਜ਼ਾਰ ਡਾਲਰ ਇਹਦੇ ਰੇਟ ਘਟਾ ਦਿੱਤੇ। ਹੁਣ ਸਾਨੂੰ ਉਹ ਘਾਟਾ ਪੂਰਾ ਕਰਨ ਦੇ ਲਈ ਫੁੱਲ ਸੈਲਫ ਡਰਾਈਵਿੰਗ ਸਬਸਕ੍ਰਿਪਸ਼ਨ ਫ੍ਰੀ ਦਿੱਤੀ ਜਾਵੇ, ਜਾਂ ਜਿਹੜੀ ਸੁਪਰ ਚਾਰਜਿੰਗ ਮਾਈਲਸ ਆ ਜਦੋਂ ਉਹ ਹੈਗੇ ਆ ਉਹ ਦਿੱਤੇ ਜਾਣ। ਹੁਣ ਰੀਸੈਂਟ ਪ੍ਰਾਈਸ ਰਿਡਕਸ਼ਨ ਤੋਂ ਬਾਅਦ ਇਹ ਮੰਗ ਟੈਸਲਾ ਕਾਰਾਂ ਨੂੰ ਓਨ ਕਰਨ ਵਾਲੇ ਲੋਕ ਕਹਿ ਰਹੇ ਆ। ਭਾਵੇਂ ਚਿਪ ਸ਼ਾਰਟੇਜ ਸੀ, ਇਕਨੋਮਿਕ ਰਿਸੈਸ਼ਨ ਦੀ ਗੱਲਬਾਤ ਚੱਲ ਰਹੀ ਆ, ਟੈਸਲਾ ਨੇ 1.3 ਮਿਲੀਅਨ ਇਲੈਕਟ੍ਰਿਕ ਵਹੀਕਲ ਪਿਛਲੇ ਸਾਲ ਡਿਲੀਵਰ ਕੀਤੇ ਆ। ਇਹਨੇ ਇੱਕ ਨਵਾਂ ਰਿਕਾਰਡ ਬਣਾਇਆ। 4,05,278 ਵਹੀਕਲ ਚੌਥੇ ਕੁਆਰਟਰ 2022 ਦੇ ਵਿੱਚ ਦਿੱਤੇ ਗਏ ਆ। ਇਹਦਾ ਮਤਲਬ ਜਿਹੜਾ $7500 ਦਾ ਡਿਸਕਾਊਂਟ ਲਾਸਟ ਮਿੰਟ ਦੇ ਉੱਤੇ ਮਾਡਲ 3 ਐਂਡ Y ਤੇ ਉਹਦੇ ਤੋਂ ਬਾਅਦ ਮਾਡਲ S ਤੇ X ਦੇ ਉੱਤੇ ਕੀਤਾ ਗਿਆ ਸੀ। ਕਸਟਮਰ ਜਿਨ੍ਹਾਂ ਨੇ ਡਿਲੀਵਰੀ ਲਈ ਸੀ ਟੈਸਲਾ ਦੀ ਪਿਛਲੇ ਸਾਲ, ਖਾਸ ਕਰ ਜਿਹੜੇ ਚੌਥੇ ਕੁਆਰਟਰ ਦੇ ਵਿੱਚ, ਉਹ ਅਪਸੈਟ ਨੇ ਇਸ ਗੱਲ ਦੇ ਉੱਤੇ ਵੀ ਸਾਨੂੰ ਇਹਦਾ ਫਾਇਦਾ ਕਿਉਂ ਨਹੀਂ ਮਿਲਿਆ। ਤੇ ਹੁਣ change.org ਪਟੀਸ਼ਨ ਦੇ ਉੱਤੇ ਟੈਸਲਾ ਓਨਰ ਮੰਗ ਕਰ ਰਹੇ ਆ ਟੈਸਲਾ ਕੰਪਨੀ ਤੋਂ ਕਿ ਸਾਨੂੰ ਇਹ ਰੀਇੰਬਰਸ ਕੀਤਾ ਜਾਵੇ, ਜਿਹੜਾ ਫੁੱਲ ਸੈਲਫ ਡਰਾਈਵਿੰਗ ਐਕਸੈਸ ਦਿੱਤੀ ਜਾਵੇ ਜਾਂ ਫ੍ਰੀ ਸੁਪਰ ਚਾਰਜਿੰਗ ਮਾਈਲਸ ਦਿੱਤੇ ਜਾਣ। ਇਹਦਾ ਹੁਣ ਉਹ ਦਿੰਦੇ ਆ ਕਿ ਨਹੀਂ ਦਿੰਦੇ ਪਤਾ ਨਹੀਂ, ਪਰ ਇਹਨਾਂ ਦੇ ਮਾਡਲ Y ਦੇ ਉੱਤੇ ਬਹੁਤ ਜ਼ਿਆਦਾ ਲੋਕਾਂ ਨੂੰ ਫਰਕ ਪਿਆ, ਮਾਡਲ 3 ਦੇ ਉੱਤੇ ਵੀ ਕਾਫੀ ਜ਼ਿਆਦਾ ਅਮਾਊਂਟ ਦਾ ਲੋਕਾਂ ਨੂੰ ਫਰਕ ਪਿਆ ਸੀ। ਤੇ ਜਿਹੜੇ ਇਹ ਡਿਸਕਾਊਂਟ ਨੇ ਇਹ ਫੈਡਰਲ ਟੈਕਸ ਕ੍ਰੈਡਿਟ ਤੇ ਹੋਰ ਹਿਸਾਬ ਦੇ ਨਾਲ ਵੀ ਪਿਆ ਸੀ। ਤੇ change.org ਪਟੀਸ਼ਨ ਇਹ ਮੰਗ ਮਤਲਬ ਉਹ ਅੰਦਾਜ਼ਾ ਲਾ ਰਿਹਾ ਜਾਂ ਨਿਸ਼ਾਨਾ ਮਿੱਥ ਕੇ ਚੱਲ ਰਿਹਾ ਕਿ 2500 ਸਿਗਨੇਚਰ ਇਹਦੇ ਉੱਤੇ ਮਿਲ ਜਾਵੇ ਜਦੋਂ ਇਹਨੂੰ ਪਬਲਿਕ ਕੀਤਾ ਜਾਵੇ। ਤੇ ਉਹ ਕਹਿੰਦੇ ਅਸੀਂ ਬਿਲਕੁਲ ਨੇੜੇ ਆ ਆਪਣੇ ਇਸ ਗੋਲ ਦੇ। ਹੋ ਸਕਦਾ ਜਿਹੜੇ ਲੋਕਾਂ ਨੇ ਪਿਛਲੇ ਸਾਲ ਗੱਡੀਆਂ ਲੈ ਲਈਆਂ ਸੀ ਆਹ ਰੇਟ ਘਟਣ ਤੋਂ ਪਹਿਲਾਂ, ਜੇ ਇਹ ਕਾਮਯਾਬ ਹੋ ਜਾਂਦੇ ਆ ਟੈਸਲਾ ਨੂੰ ਮਨਾਉਣ ਦੇ ਵਿੱਚ, ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੰਪਨਸੇਟ ਕਰ ਦਿੱਤਾ ਜਾਵੇ, ਜਾਂ ਤਾਂ 6 ਮਹੀਨਿਆਂ ਦੀ ਫੁੱਲ ਸੈਲਫ ਡਰਾਈਵਿੰਗ ਸਬਸਕ੍ਰਿਪਸ਼ਨ ਦੇ ਦਿੱਤੀ ਜਾਵੇ, ਜਾਂ ਉਹਨਾਂ ਨੂੰ ਕੁਝ ਹੋਰ ਇਹਦੇ ਵਿੱਚੋਂ ਫਾਇਦਾ ਦੇ ਦਿੱਤਾ ਜਾਵੇ, ਜਿਹਦੇ ਨਾਲ ਉਹਨਾਂ ਨੂੰ ਵੀ ਲੱਗੇ ਕਿ ਅਸੀਂ ਵੀ ਇਹਦੇ ਵਿੱਚੋਂ ਫਾਇਦਾ ਚੱਕ ਸਕੇ ਹਾਂ। ਟੈਸਲਾ ਨੇ ਫੈਸਲਾ ਕੀਤਾ ਸੀ ਆਪਣਾ MSRP ਦੇ ਉੱਤੇ ਸਾਰੇ ਮਾਡਲਾਂ ਦੇ ਉੱਤੇ ਇੱਕ ਬੜਾ ਸਟ੍ਰੈਟਜਿਕ ਮੂਵ ਸੀ ਇਹਨਾਂ ਦਾ, ਜ਼ਿਆਦਾ ਕਸਟਮਰ ਨੂੰ ਆਪਣੇ ਵੱਲ ਖਿੱਚਣ ਦਾ। ਟੈਸਲਾ ਪਹਿਲੀ ਕੰਪਨੀ ਸੀ ਜਿਹਨੇ ਇੰਨੇ ਜ਼ਿਆਦਾ ਇਲੈਕਟ੍ਰਿਕ ਵਹੀਕਲਸ ਵੇਚੇ ਆ। ਇੱਕ ਇੱਕ ਕਰਕੇ ਸਾਰੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਆ ਰਹੀਆਂ, ਤਾਂ ਕਿਤੇ ਨਾ ਕਿਤੇ ਟੈਸਲਾ ਨੂੰ ਉਹਨਾਂ ਦੇ ਨਾਲ ਕੰਪੀਟ ਕਰਨ ਦੀ ਸਮੱਸਿਆ ਵੀ ਆ ਰਹੀ ਆ, ਜਿਹਦੇ ਕਰਕੇ ਇਹਨਾਂ ਨੇ ਸਾਰੀਆਂ ਕੀਮਤਾਂ ਆਪਣੀਆਂ ਥੱਲੇ ਲੈਂਦੀਆਂ ਸੀ। ਤੇ ਹੁਣ ਇਹ ਕਿਹਾ ਜਾ ਰਿਹਾ ਕਿ ਅਨਫੇਅਰ ਹੋਇਆ ਇਹ ਇਨਸੈਂਟਿਵ ਜਿਹੜੇ ਟੈਸਲਾ ਬਾਇਰ ਸੀਗੇ ਜਿਨ੍ਹਾਂ ਨੇ ਖਰੀਦ ਕੁਝ ਮਹੀਨੇ ਪਹਿਲਾਂ ਕਰ ਲਈ ਸੀ। ਦੇਖੋ ਜੇ ਕੰਪਨੀ ਫੈਸਲਾ ਕਰਦੀ ਹੈ, ਇਹਨਾਂ ਦੀ ਇਹ ਪਟੀਸ਼ਨ ਸਾਈਨ ਹੋ ਜਾਂਦੀ ਆ, ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਪਿਛਲੇ
ਸਾਲ ਦੇ ਚੌਥੇ ਕੁਆਰਟਰ ਵਿੱਚ ਟੈਸਲਾ ਖਰੀਦੀ ਸੀ, ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਜ਼ਰੂਰ ਹੋ ਜਾਵੇ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੱਲ ਦੀਆਂ ਨਵੀਆਂ ਗੱਲਾਂ ਬਾਤਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।